ਸ੍ਰੀ ਵਾਹਿਗੁਰੂ ਜੀ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ। ਆਓ ਸਤਿਗੁਰਾਂ ਨੇ ਆਪਣੇ ਸਾਰਿਆਂ ਤੇ ਕਿਰਪਾ ਕੀਤੀ ਹੈ। ਜਿੱਥੇ ਵਾਹਿਗੁਰੂ ਨੇ ਮਨੁੱਖਾ ਸਰੀਰ ਬਖਸ਼ਿਆ, ਗੁਰੂ ਨਾਨਕ ਦੀ ਸਿੱਖੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਹਿਤ ਬਹਿਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਹਿਣ ਦਾ ਆਪਾਂ ਨੂੰ ਸਮਾਂ ਮਿਲਿਆ ਹੈ। ਚਲਦੀ ਹੋਈ ਲੜੀਵਾਰ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਪਜੀ ਸਾਹਿਬ ਦੀ 30ਵੀਂ ਪੌੜੀ ਹੈ। 29 ਪੌੜੀਆਂ ਪਿੱਛੇ ਹੋ ਚੁੱਕੀਆਂ ਹਨ। ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ, ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਸਿੱਧਾਂ ਦਾ ਜੋ ਖਿਆਲ ਸੀ ਉਹਨਾਂ ਨੇ ਪ੍ਰਗਟ ਕੀਤਾ ਕਿ ਮਹਾਰਾਜ ਸਾਡੇ ਮਤ ਦੇ ਵਿੱਚ ਜੋ ਪਾਰਵਤੀ ਮਾਈ ਹੈ ਉਹਨੂੰ ਅਸੀਂ ਸਾਰੇ ਸਿੱਧ ਮਾਂ ਮੰਨਦੇ ਹਾਂ ਤੇ ਸ਼ਿਵ ਜੀ ਨੂੰ ਪਿਤਾ ਮੰਨਦੇ ਹਾਂ। ਉਹਦਾ ਕਾਰਨ ਕੀ ਹੈ ਵੀ ਜਦੋਂ ਸਮੇਤ ਸਿੰਧੂ ਦੇ ਉੱਤੇ ਸ਼ਿਵ ਜੀ ਨੇ ਕਥਾ ਸੁਣਾਈ ਸੀ ਪਾਰਵਤੀ ਨੂੰ, ਤੇ ਉਸ ਵੇਲੇ ਦਾ ਇੱਕ ਪ੍ਰਸੰਗ ਕਹਿੰਦੇ ਆ ਜੀ, ਸ਼ਿਵ ਜੀ ਕਥਾ ਸੁਣਾਉਂਦੇ ਰਹੇ। ਸਮੇਤ ਦੀਪ ਦੀ ਗੱਲ ਹੈ ਕਿ ਉਹ ਪਾਰਵਤੀ ਸੌਂ ਗਈ ਕਿ ਉੱਥੇ ਇੱਕ ਮੱਛ ਨੇ ਕਥਾ ਸਰਵਣ ਕਰ ਲਈ। ਜੀਵ ਆਤਮਾ ਸਾਰਿਆਂ ਚੋਂ ਅਡੋਲ ਖੜਾ ਹੈ। ਪਾਰਵਤੀ ਹੈਰਾਨ ਹੋ ਗਈ। ਹੰਗੂਰੇ ਦੀ ਆਵਾਜ਼ ਉਸ ਤਰ੍ਹਾਂ ਮੱਛੀ ਦੇ ਰਸਨਾ ਤੋਂ ਉਹ ਡੋਲ ਖੜੀ ਹੈ। ਪਾਰਵਤੀ ਨੇ ਪੁੱਛਿਆ, ਸਵਾਮੀ ਮੈਂ ਤਾਂ ਨੀਂਦ ਆ ਗਈ ਸੀ। ਇਹ ਮੱਛੀ ਦਾ ਤਾਂ ਸੁਭਾਅ ਚੰਚਲ ਹੁੰਦਾ ਹੈ, ਇਹ ਖੜੀ ਹੈ। ਸ਼ਿਵ ਜੀ ਨੇ ਕਿਹਾ ਵੀ ਇਹਦੇ ਭਾਗ ਜਾ ਗਿਆ, ਇਹਦਾ ਕਥਾ ਦੇ ਵਿੱਚ ਮਨ ਲੱਗ ਗਿਆ, ਜਿਸ ਕਰਕੇ ਇਹ ਫਿਰ ਕਥਾ ਇਹਨੇ ਸਰਵਣ ਕੀਤੀ ਹੈ। ਅਮਰ ਕਥਾ ਤੂੰ ਸੌਂ ਗਈ ਹੈ, ਇਹ ਲਾਭ ਉਠਾ ਗਈ। ਸੁੱਤਿਆਂ ਨੂੰ ਫਲ ਨਹੀਂ ਮਿਲਦਾ, ਇਸ ਕਰਕੇ ਕਥਾ 'ਚ ਸਾਵਧਾਨ ਰਹਿਣਾ ਚਾਹੀਏ। ਕਹਿੰਦੀ ਸਵਾਮੀ ਇਹਦਾ ਫਲ ਕੀ ਹੋਊਗਾ? ਕਹਿੰਦੀ ਦਾ ਫਲ ਇਹ ਹੋਊਗਾ, ਸਮਾਂ ਪਾ ਕੇ ਇਹਦੇ ਅੱਗੇ ਬਿੰਦ ਤੋਂ, ਇਹਦੀ ਅੰਸ਼, ਇਹਦੇ ਪੇਟ ਤੋਂ ਇੱਕ ਜੋਗੀ ਜਨਮ ਲਊਗਾ ਤੇ ਉਹ ਮਛੰਦਰਨਾਥ ਹੋਏ ਪੈਦਾ ਹੋਇਆ। ਇਸ ਕਰਕੇ ਸ਼ਿਵ ਜੀ ਦੇ ਅਨਿਸਤਰ ਹੋਣ ਤੋਂ ਉਹਦੀ ਬਿੰਦ ਮੱਛੀ ਨੇ ਖਾਣੀ ਆਦ ਕਹਿਣ ਲੱਗੇ, ਮਹਾਰਾਜ ਇਸ ਕਰਕੇ ਅਸੀਂ ਸ਼ਿਵ ਜੀ ਨੂੰ ਪਿਤਾ ਮੰਨਦੇ ਹਾਂ ਤੇ ਪਾਰਵਤੀ ਨੂੰ ਮਾਤਾ ਮੰਨਦੇ ਹਾਂ, ਔਰ ਸਾਡਾ ਇਹ ਨਿਸ਼ਚੈ ਹੈ ਕਿ ਸ਼ਿਵ ਜੀ ਤੇ ਪਾਰਵਤੀ ਨੇ ਹੀ ਸੰਸਾਰ ਪੈਦਾ ਕੀਤਾ ਹੈ। ਤੇ ਤੁਸੀਂ ਆਪਣਾ ਨਿਸ਼ਚਾ ਦੱਸੋ। ਗੁਰੂ ਸਾਹਿਬ ਕਹਿੰਦੇ ਤੁਹਾਡਾ ਖਿਆਲ ਠੀਕ ਨਹੀਂ ਹੈ, ਜੋ ਸੱਚ ਹੈ ਉਹ ਇਸ ਤੋਂ ਅਲੰਬ ਹੈ। ਕਹਿੰਦੇ ਜੀ ਦੱਸੋ। ਉਸ ਵੇਲੇ ਮਹਾਰਾਜ ਨੇ ਇਹ ਫਿਰ ਪੌੜੀ ਉਚਾਰਨ ਕੀਤੀ, ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਕਹਿੰਦੇ ਸਿੱਧੋ ਏਕਾ ਇੱਕ ਅਖੰਡ ਬੋਧਕ ਪਰਮੇਸ਼ਰ ਦਾ ਜਿਹੜਾ ਇੱਕ ਸ਼ਬਦ ਹੈ, ਉਹ ਕੌਣ ਹੈ? ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀ ਜਾਏ। ਇੱਕ ਰਸ ਰਹਿਣ ਵਾਲਾ ਅਦੁੱਤੀ, ਜਿਹਦੇ ਚ ਦੂਆਪਣ ਨਹੀਂ ਹੈ। ਉਹ ਕੌਣ ਹੈ? ਪਰਮੇਸ਼ਰ। ਪਹਿਲੀ ਤਾਂ ਗੱਲ ਹੈ ਵੀ ਉਹ ਸਭਨਾ ਕਾ ਮਾਂ ਪਿਓ ਆਪ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਹਮਾਰਾ ਬਾਲਕ, ਉਹ ਬਾਲਕ ਹੈ। ਤੇ ਉਹ ਪਰਮੇਸ਼ਰ ਵਾਹਿਗੁਰੂ ਇਹ ਮਾਂ ਦੀ ਨਿਆਈਆਂ, ਉਹੀ ਪਿਤਾ ਦੀ ਨਿਆਈਆਂ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਉਹ ਆਪ ਹੀ ਮਾਤਾ ਪਿਤਾ ਹੈ। ਸਭਨਾ ਕਾ ਮਾਂ ਪਿਓ ਆਪ ਹੈ। ਤੇ ਦੂਸਰੀ ਬਾਤ ਵੀ ਉਹ ਜਿਹੜਾ ਪਰਮੇਸ਼ਰ ਹੈ ਮਾਇਆਪਤੀ, ਇਹ ਜਿਹੜੀ ਮਾਇਆ ਹੈ ਇਹ ਉਸ ਵਾਹਿਗੁਰੂ ਦੇ ਨਾਲ ਜੁੜੀ, ਜੁਗਤ ਨਾਮ ਜੁੜਨ ਦਾ ਹੈ। ਇੱਕ ਉਹ ਆਪ ਹੈ। ਮਾਈ ਕੌਣ? ਮਾਇਆ। ਇਹ ਮਾਇਆ ਉਹਦੇ ਨਾਲ ਜੁਗਤ ਜੁੜੀ। ਭਾਵ ਕੀ ਹੈ? ਦੋਹਾਂ ਦਾ ਕਲਪ ਤਦਾਤਮ ਸੰਬੰਧ ਹੋਇਆ। ਕਲਪ ਤਦਾਤਮ ਸੰਬੰਧ ਹੈ ਤੇ ਉਹਦੀ ਵਿਚਾਰ ਅੱਗੇ ਆ ਜਾਏਗੀ। ਦਿਮਾਗ 'ਚ ਰੱਖਿਓ ਵੀ ਕਲਪ ਤਦਾਤਮ ਸੰਬੰਧ ਕੀ ਹੁੰਦਾ ਹੈ, ਕਿਉਂਕਿ ਪਹਿਲਾਂ ਅਰਥ ਹੋ ਜਾਣ।
ਮਾਇਆ ਦਾ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਬਣਦਾ ਹੈ, ਕਲਪ ਤਦਾਤਮਕ ਸੰਬੰਧ, ਉਹ ਕੀ ਹੁੰਦਾ ਹੈ, ਉਹ ਅੱਗੇ ਵਿਚਾਰ ਹੈ। ਉਹਦਾ ਇਹ ਸੰਬੰਧ ਹੋਇਆ ਜਿਹਦੇ ਨਾਲ ਬ੍ਰਹਮ ਦੀ ਚੇਤਨ ਸੱਤਾ ਉਹਦੇ ਵਿੱਚ ਆ ਗਈ। ਇਹ ਫਿਰ ਮਾਇਆ ਜਿਹੜੀ ਸੀ ਇਹ ਵਿਆਈ, ਜਾਣੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਗਈ। ਇਹ ਅੰਤਰੀਵ ਦੇ ਵਿੱਚ ਬਾਹਜ ਦਾ ਪ੍ਰਮਾਣ ਜਿਹੜਾ ਬਾਹਰ, ਜਿਵੇਂ ਇੱਧਰ ਰਾਜਸਥਾਨ ਤੋਂ ਉੱਪਰ ਵਾਲੇ ਪਾਸੇ ਚਲੇ ਜਾਈਏ, ਆਪਾਂ ਕਹਿੰਦੇ ਵੀ ਗਾਂ ਸੋ ਰਹੀ ਹੈ, ਉਹ ਕਹਿੰਦੇ ਗਾਂ ਵਿਆਈ ਹੈ। ਇਹ ਬੋਲੀਆਂ ਬਹੁਤ ਗੁਰੂ ਗ੍ਰੰਥ ਸਾਹਿਬ, ਇਹ ਸੰਸਾਰ ਦੀ ਬੋਲੀ 'ਚ ਸਮਝਾਇਆ ਹੈ। ਹੋਰ ਕੋਈ ਪ੍ਰਤੱਖ ਇਸ ਤਰ੍ਹਾਂ ਨਹੀਂ ਹੈ, ਉਹ ਤਾਂ ਕਲਪਦਾ ਦਾ ਸੰਬੰਧ ਹੈ। ਪਸ਼ੂਆਂ ਦਾ ਜਾਂ ਮਨੁੱਖਾਂ ਦਾ ਇਹ ਤਾਂ ਪ੍ਰਤੱਖ ਰੂਪ ਉਸ ਤਰ੍ਹਾਂ ਸੰਬੰਧ ਹੈ। ਉਹ ਵਿਆਹੀ ਕੀਏ ਸਗਰਭ ਭਾਵ ਨੂੰ ਪ੍ਰਾਪਤ ਹੋਈ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਜਿਵੇਂ ਪਤੀ ਪਤਨੀ ਦੇ ਮੇਲ ਤੋਂ ਸੰਤਾਨ ਪੈਦਾ ਹੁੰਦੀ ਹੈ, ਮਾਇਆ ਤੇ ਬ੍ਰਹਮ ਦੇ ਮੇਲ ਤੋਂ ਸੰਸਾਰ ਪੈਦਾ ਹੁੰਦਾ ਹੈ। ਉਹ ਕਿਵੇਂ ਹੁੰਦਾ ਹੈ? ਤੇ ਬ੍ਰਹਮ ਦੀ ਸੱਤਾ ਪਾ ਕੇ ਮਾਇਆ ਨੇ 3 ਗੁਣ ਪੈਦਾ ਕਰ ਲਏ। ਉਹ ਕੌਣ? 3 ਚੇਲੇ ਪ੍ਰਵਾਨ। ਪ੍ਰਵਾਨਿਕ ਹੋ ਗਏ 3 ਚੇਲੇ, ਚੇਲੇ ਕਹੋ ਪੁੱਤਰ ਕਹੋ। ਤੇ ਉਹ ਕੌਣ ਹਨ 3 ਚੇਲੇ? ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਪ੍ਰਵਾਨਿਕ ਹੋ ਗਏ। ਇਹ ਅਸਲ ਦੇ ਵਿੱਚ ਮਾਇਆ ਨੇ ਬ੍ਰਹਮ ਦੀ ਸੱਤਾ ਪਾ ਕੇ 3 ਗੁਣ ਪੈਦਾ ਕੀਤੇ ਨੇ, ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ। ਤੇ ਇਹ ਗੁਣੀ ਸੰਸਾਰ ਭਰਮ ਸੁੱਤਾ, ਇਹ ਨੀਂਦ ਹੈ 3 ਗੁਣਾਂ ਦੀ। ਕਿਉਂ ਨੀਂਦ ਹੈ? ਮਾਇਆ ਦੀ ਅੰਸ਼ ਹੈ ਇਹਦੇ ਵਿੱਚ, ਇਸ ਕਰਕੇ ਨੀਂਦ ਹੈ। ਇਹ 3 ਗੁਣ ਸੰਸਾਰ ਵਿੱਚ ਵਰਤ ਰਹੇ, ਇਸ ਕਰਕੇ ਇਹ ਪ੍ਰਮਾਣਿਕ ਹੋ ਗਏ। ਇੱਕ ਛੰਦੋਗ ਉਪਨਿਸ਼ਦ ਹੈ, ਉਹਦੇ ਵਿੱਚ ਇੱਕ ਸੂਤਰ ਆਉਂਦਾ, ਬਿਲਕੁਲ ਛੋਟਾ ਜਿਹਾ ਸੂਤਰ ਆ ਉਹ। ਉਹਦੇ ਲਿਖਿਆ ਹੈ ਅਜਾਮੇਕ ਲੋਹਤ ਸਪਟੰ ਕ੍ਰਿਸ਼ਨਾ। ਇਹ ਸੰਸਕ੍ਰਿਤ ਹੈ, ਉਸ ਤਰ੍ਹਾਂ ਨਹੀਂ ਸਮਝ ਆਏਗੀ, ਔਰ ਅਰਥ ਤੋਂ ਬਿਨਾਂ ਕੁਝ ਪੱਲੇ ਵੀ ਨਹੀਂ ਪੈਂਦਾ। ਅਜਾ ਦਾ ਅਰਥ ਹੈ ਅਜਨਮੀ। ਮਾਇਆ ਜਿਹੜੀ ਹੈ ਇਹ ਅਜਨਮੀ ਹੈ, ਇਹਦਾ ਜਨਮ ਨਹੀਂ ਸਿੱਧ ਹੁੰਦਾ। ਬਹੁਤ ਸਾਰੇ ਦਰਖਤਾਂ ਤੇ ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ, ਖਾਸ ਕਰਕੇ ਬੇਰੀਆਂ ਦੇ ਉੱਤੇ ਇੱਕ ਪੀਲੇ ਜਿਹੇ ਰੰਗ ਦੀ ਜਿਵੇਂ ਧਾਗੇ ਜਿਹੇ ਹੁੰਦੇ ਨੇ, ਉਹ ਬੇੜੀ ਐ ਬਲੀ ਪਈ ਹੁੰਦੀ ਆ ਉਹਨਾਂ ਦੀ। ਉਹਨੂੰ ਮਾਝੇ ਦੇ ਇਲਾਕੇ 'ਚ ਆਕਾਸ਼ੀ ਬੇਲ ਕਹਿੰਦੇ ਨੇ, ਆਪਣੇ ਇੱਧਰ ਮਾਲਵੇ ਦੇ ਵਿੱਚ ਉਸ ਨੂੰ ਅਮਰਬੇਲ ਕਹਿੰਦੇ ਨੇ। ਅੱਜ ਤੱਕ ਕਹਿੰਦੇ ਅਮਰਬੇਲ ਦੀ ਜੜ ਨਹੀਂ ਲੱਭੀ। ਹੁਣ ਦੇਖੋ, ਜੜ ਉਹਦੀ ਲੱਭੀ ਨਹੀਂ ਅੱਜ ਤੱਕ ਵੀ ਕਿੱਥੇ ਹੈ, ਪਰ ਜਿਹੜੇ ਦਰਖਤ ਤੇ ਚੜ ਜਾ ਸਤਿਆਨਾਸ਼ ਕਰ ਦਿੰਦੀ ਹੈ। ਉਹ ਤਾਂ ਮਾਇਆ ਦੀ ਜੜ ਤਾਂ ਨਹੀਂ ਲੱਭਦੀ, ਅਜਨਮੀ ਹੈ, ਪਰ ਜਿਹਦੇ ਉੱਤੇ ਵਿਆਪਦੀ ਹੈ ਸਤਿਆਨਾਸ਼ ਕਰ ਦਿੰਦੀ ਹੈ ਉਹਦਾ। ਇਸ ਕਰਕੇ ਛੰਦੋਗ ਉਪਨਿਸ਼ਦ ਵਾਲਾ ਕਹਿੰਦਾ ਹੈ ਅਜਾ ਮੇਖ, ਤੇ ਅਜਾ ਅਜਨਮੀ ਹੈ ਮਾਇਆ। ਮੇਕ ਕਿਉਂਕਿ ਵਿਆਕਰਨ ਦੇ ਵਿੱਚ ਜਿਹੜਾ ਲਾਂ ਦੇ ਵਿੱਚੋਂ ਈੜੀ ਦੀ ਆਵਾਜ਼ ਲੈ ਕੇ ਨਾ, ਤੇ ਅੱਜ ਮੇਕ, ਮੇਕ ਦਾ ਅੱਗੇ ਅਰਥ ਬਣਦਾ ਹੈ ਏਕ, ਕਿਉਂਕਿ ਉਹਦੇ 'ਚ ਈੜੀ ਲੈ ਗਈ ਏਕ। ਇਹਦੇ 'ਚ ਥੋੜੀ ਜਿਹੀ ਵਿਆਕਰਨ ਦੀ ਝਲਕ ਹੈ। ਇੱਕ ਕੌਣ ਹੈ? ਪਰਮੇਸ਼ਰ ਅਜਨਮੀ। ਉਸ ਇੱਕ ਤੋਂ ਲੋਹ ਨਾਮ ਹੈ। ਲੋਹਤ ਸ਼ਬਦ ਜਿਹੜਾ ਹੈ ਤੱਤਾ ਦਾ ਨਾਲ ਹੀ ਹੈ। ਲੋਹ ਨਾਮ ਹੈ ਲਾਲ ਦਾ, ਸਪਟਕ ਰਾਮ ਨਾਮ ਹੈ ਚਿੱਟੇ ਦਾ, ਕ੍ਰਿਸ਼ਨ ਨਾਮ ਹੈ ਕਾਲੇ ਦਾ। ਹੁਣ ਛੰਦੋਗ ਉਪਨਿਸ਼ਦ ਕੀ ਕਹਿੰਦੀ ਹੈ? ਉਹ ਕਹਿੰਦੀ ਵੀ ਸਤੋਗੁਣ ਤਾਂ ਹੈ ਚਿੱਟਾ ਰੰਗ, ਜਿਹੜਾ ਰਜੋਗੁਣ ਹੈ ਇਹ ਲਾਲ ਹੈ, ਜਿਹੜਾ ਤਮੋਗੁਣ ਹੈ ਇਹ ਕਾਲਾ ਹੈ। ਇਹ ਹੁਣ ਅਰਥ ਤੁਹਾਡੇ ਸਮਝ ਆ ਗਿਆ ਵੀ ਅਜਾਮੇਕ ਲੋਹਤ ਸਪਟੰ ਕ੍ਰਿਸ਼ਨਾ। ਇਹ ਛੰਦੋਗ ਉਪਨਿਸ਼ਦ ਦਾ ਸੂਤਰ ਇੱਥੇ ਦੀ ਵਿਚਾਰ ਦੇ ਨਾਲ ਮਿਲਦਾ ਹੈ। ਇਹ ਕੌਣ ਹੈ? ਕਹਿੰਦੇ ਜਿਹੜਾ ਬ੍ਰਹਮ ਹੈ ਇਹ ਰਜੋਗੁਣ, ਮਾਇਆ ਦਾ ਰਜੋਗੁਣ ਲਾਲ ਗੁਣ ਦੇ ਨਿਆਈ ਹੈ। ਜਿਹੜਾ ਵਿਸ਼ਨੂੰ ਜੀ ਹੈ ਤੇ ਉਹ ਸਤੋਗੁਣ ਚਿੱਟਾ ਗੁਣ,
ਸਤੋਗੁਣ ਹੋਣ ਕਰਕੇ। ਜਿਹੜਾ ਸ਼ਿਵ ਜੀ ਹੈ ਤੇ ਇਹ ਕਾਲਾ ਮੇਕ ਨਾਮ ਕਾਲੇ ਦਾ ਹੈ, ਇਹ ਤਮੋਗੁਣ ਕਾਲਾ ਹੁੰਦਾ ਹੈ। ਇਹਨਾਂ ਦੇ ਸਰੂਪ ਵੀ ਵੱਖਰੇ ਵੱਖਰੇ। ਤੋ ਇਸ ਕਰਕੇ ਇਹ ਜਿਹੜਾ ਕਲਪ ਤਦਾਤਮ ਸੰਬੰਧ ਕੀ ਹੁੰਦਾ ਹੈ, ਇਹ ਹੁਣ ਮਾਇਆ ਦਾ ਕਲਪ ਤਦਾਤਮ ਸੰਬੰਧ ਇੱਕ ਗੱਲ ਮੇਰੇ ਅਕਲ ਤੋਂ ਬਾਹਰ ਦੀ ਹੈ। ਉਹ ਗੱਲ ਕੇਵਲ ਜਾਂਦਾ ਕੋਈ ਬ੍ਰਹਮ ਗਿਆਨੀ ਤਤਵੇਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਵਰਗੇ ਸੰਤ ਗਿਆਨੀ, ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਵਰਗੇ, ਜਾਂ ਫਿਰ ਸੰਤ ਗਿਆਨੀ ਮੋਹਨ ਸਿੰਘ ਜੀ ਵਰਗੇ ਜੋ ਹੁਣ ਹੈ ਇਸ ਪਾਏ ਦੇ ਉਹੀ ਸਮਝਣ, ਜਾਂ ਗੁਰੂ ਸਾਹਿਬ ਜੀ ਆਪ ਜਾਣਨ। ਸੰਤ ਗਿਆਨੀ ਅਮੀਰ ਸਿੰਘ ਜੀ ਵਰਗੇ ਜਿਨ੍ਹਾਂ ਨੇ 60 ਕਥਾ ਗੁਰੂ ਗ੍ਰੰਥ ਸਾਹਿਬ ਦੀ ਕੀਤੀਆਂ, ਕੀ ਮੁਕਾਬਲਾ ਸਾਧ ਸੰਗਤ ਜੀ। ਬ੍ਰਹਮ ਗਿਆਨ ਜਿਹੜਾ ਜਿਵੇਂ ਅੰਗੂਰਾਂ ਦੀਆਂ ਬੇਲਾਂ ਗੁੱਛਿਆਂ ਦੇ ਗੁੱਛੇ ਲਟਕਦੇ ਹੁੰਦੇ ਐ, ਐ ਸਿਧਾਂਤਕ ਵਿਚਾਰਾਂ ਨੂੰ ਗਿਆਨ ਨੂੰ ਖੁੱਲੇ ਗੱਫੇ ਵਰਤਾਉਂਦੇ ਰਹੇ। ਤੇ ਜੇ ਉਹ ਗੁਰੂ ਸਾਹਿਬ ਜੀ ਜਾਣਦੇ ਆ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਗੂੜ ਗਿਆਨ ਹੈ, ਤੇ ਗਿਆਨ ਹੋਵੇ ਬ੍ਰਹਮ ਦਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ। ਬਾਣੀ ਬ੍ਰਹਮ ਗਿਆਨ ਰੂਪ ਹੈ। ਬਸ ਫਿਰ ਇੱਥੇ ਆ ਕੇ ਫਰਕ ਪੈ ਜਾਂਦਾ ਹੈ। ਬ੍ਰਹਮ ਗਿਆਨ ਦੇ ਕਥਨ ਕਰਨ ਵਾਲੀ ਜੇ ਰਸਨਾ ਵੀ ਬ੍ਰਹਮ ਗਿਆਨੀ ਦੀ ਹੋਵੇ ਫਿਰ ਤਾਂ ਹੈ ਸੋਨੇ ਤੇ ਸੁਹਾਗੇ ਵਾਲੀ ਗੱਲ। ਜੇ ਅਗਿਆਨੀ ਬੰਦਾ ਬ੍ਰਹਮ ਗਿਆਨੀਆਂ ਦੇ ਸ਼ਬਦ ਅੱਗੇ ਕਹਿੰਦਾ ਤਾਂ ਵੇ ਸਾਧ ਸੰਗਤ ਜੀ ਕੋਈ ਬਹੁਤਾ ਅਸਰ ਨਹੀਂ ਹੋਇਆ ਕਰਦਾ। ਅੱਜ ਗਿਆਨੀਆਂ ਦਾ ਘਾਟਾ ਨਹੀਂ ਹੈ, ਅੱਜ ਗਿਆਨੀ ਬਹੁਤ ਨੇ, ਪਰ ਖਿਮਾ ਕਰਨੀ ਸੁਣਨ ਵਾਲੇ ਅਗਿਆਨੀ ਹੋਣ ਕਰਕੇ, ਸੁਣਾਉਣ ਵਾਲੇ ਅਗਿਆਨੀ ਹੋਣ ਕਰਕੇ, ਜਿਹਨੂੰ ਗਿਆਨ ਦੀ ਕਥਾ ਕਿਹਾ ਜਾਂਦਾ ਹੈ, ਅਸਲ ਵਿੱਚ ਅਗਿਆਨ ਦੀ ਕਥਾ ਨੂੰ ਹੀ ਗਿਆਨ ਦੀ ਕਥਾ ਕਹਿ ਕੇ ਸੁਣਾਇਆ ਜਾਂਦਾ ਹੈ, ਅਗਿਆਨ ਦੀਆਂ ਗੱਲਾਂ ਨੂੰ। ਕਾਰਨ ਕੀ ਹੈ? ਬ੍ਰਹਮ ਗਿਆਨ ਤਾਂ ਸਮਝਾਉਣ ਤੇ ਹਟ ਗਿਆ। ਇਹ ਤਾਂ ਗੁਰੂ ਸਾਹਿਬ ਨੇ ਦਰਗਾਹੀ ਬਚਨ ਵਿੱਚ ਕਹਿ ਦਿੱਤਾ ਵੀ ਗਿਆਨ ਨਾ ਗੱਲੀ ਢੂੰਡੀਆ, ਤੇ ਅੱਜ ਦੁਨੀਆ ਢੂੰਡਦੀ ਗੱਲਾਂ ਦੇ ਵਿੱਚ ਹੈ ਗਿਆਨ। ਕਥਨਾ ਕਰੜਾ ਸਾਰ। ਮੇਰੇ ਸਮਝ ਨਹੀਂ ਆ ਸਕਦੀ ਗੱਲ, ਨਾ ਤੁਹਾਡੇ ਆ ਸਕਦੀ ਹੈ। ਜਦੋਂ ਸ਼ਬਦ ਆਕਾਰ ਦੇ ਵਿੱਚ ਛੋਟਾ ਹੁੰਦਾ ਹੈ, ਜਿਵੇਂ ਅੱਜ ਦਾ ਸ਼ਬਦ ਹੈ ਜਿਹੜਾ, ਥੋੜੀਆਂ ਜਿਹੀਆਂ ਤੁਕਾਂ ਨੂੰ ਗਿਆਨ ਬਹੁਤ ਹੈ। ਉੱਥੇ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਸੰਪਰਦੇ ਦੇ ਬ੍ਰਹਮ ਗਿਆਨੀਆਂ ਨੇ ਅਨੁਭਵ ਮਿਲਾ ਕੇ ਉਹਦੇ ਵਿੱਚੋਂ ਇੰਨਾ ਕੁਝ ਕੱਢਿਆ ਜਿਹੜਾ ਸਾਡੇ ਮਨ ਬੁੱਧ ਨੂੰ ਅੰਤਸ਼ਕਰਨ ਨੂੰ ਸੁੱਧ ਕਰਕੇ ਬ੍ਰਹਮ ਗਿਆਨ ਦੇਣ ਵਾਲਾ ਹੈ। ਸੋ ਕਲਪ ਤਦਾਤਮ ਸੰਬੰਧ ਕੀ ਹੁੰਦਾ ਹੈ? ਬਲੌਰ ਹੁੰਦਾ ਹੈ, ਇਹ ਬੜੇ ਬੜੇ ਲਟਕਦੇ ਹੁੰਦੇ ਨਾ ਮਕਾਨਾਂ ਦੇ ਵਿੱਚ, ਆਮ ਸ਼ੋਭਾ ਵਾਸਤੇ ਕੱਚ ਦੇ ਹੁੰਦੇ ਚਿੱਟੇ। ਉਹ ਬਲੌਰ ਹੈ ਜਿਹੜਾ, ਜੇ ਉਹਦੇ ਸਾਹਮਣੇ ਲਾਲ ਰੰਗ ਦਾ ਫੁੱਲ ਕਰ ਦਿਓ ਸਾਹਮਣੇ ਇਸ ਤਰ੍ਹਾਂ, ਤਾਂ ਉਹ ਦੂਰ ਖੜੇ ਬੰਦੇ ਨੂੰ ਦਿਸੇ ਨਾ ਵੀ ਫੁੱਲ ਇਧਰ ਪਾਸੇ ਕਰਿਆ। ਉਹਨੂੰ ਪੁੱਛੋ ਵੀ ਕੀ ਹੈ, ਕਹਿੰਦਾ ਵੀ ਲਾਲ ਰੰਗ ਦਾ ਬਲੌਰ ਹੈ। ਜੇ ਲਾਲ ਰੰਗ ਦਾ ਕੱਪੜਾ ਕਰ ਦੋ, ਕੱਪੜਾ ਉਹਦੇ ਚਲਾ ਜਾਂਦਾ, ਰੰਗ ਉਹਦੇ ਚਲਾ ਜਾਂਦਾ। ਹੁਣ ਤੁਸੀਂ ਦੇਖੋ ਵੀ ਰੰਗ ਵੱਖਰਾ ਹੈ, ਬਲੌਰ ਵੱਖਰਾ ਹੈ, ਉਹ ਚਿੱਟਾ ਹੈ, ਉਹ ਲਾਲ ਹੈ, ਜਿਹੜਾ ਉਹਦੇ ਵਿੱਚ ਰੰਗ ਚਲਿਆ ਗਿਆ। ਹੁਣ ਇੱਥੇ ਕੱਪੜੇ ਦਾ, ਲਾਲ ਰੰਗ ਦਾ ਜਾਂ ਫੁੱਲ ਦਾ ਇਹ ਜਿਹੜਾ ਸੰਬੰਧ ਹੋਇਆ ਉਹਦੇ ਨਾਲ, ਇਹਨੂੰ ਕਲਪ ਤਦਾਤਮ ਸੰਬੰਧ ਕਹਿੰਦੇ ਨੇ। ਜੋ ਹੋਵੇ ਨਾ ਦਿਸੇ। ਹੁਣ ਰੰਗ ਉਹਦੇ ਵਿੱਚ ਹੈ ਨਹੀਂ, ਦਿਸਦਾ। ਉਹ ਲਾਲ ਰੰਗ ਦੇ ਫੁੱਲ ਨੂੰ ਪਰੇ ਹਟਾ ਦਿਓ, ਕੱਪੜੇ ਨੂੰ, ਉਹ ਚਿੱਟੇ ਦਾ ਚਿੱਟਾ। ਇਹਨੂੰ ਕਹਿੰਦੇ ਕਲਪ ਤਦਾਤਮ ਸੰਬੰਧ। ਜਿਹੜਾ ਪਰਮੇਸ਼ਰ ਹੈ ਤੇ ਉਹ ਮਾਇਆ ਦਾ ਉਹਦੇ ਨਾਲ ਕਲਪ ਤਦਾਤਮ ਸੰਬੰਧ ਹੈ। ਬ੍ਰਹਮ ਸੁੱਧ ਸਰੂਪ ਹੈ, ਬਲੌਰ ਦੀ ਨਿਆਈ। ਇਹ ਤ੍ਰੈ ਗੁਣੀ ਮਾਇਆ ਜਿਹੜੀ ਹੈ ਉਹਦਾ ਕਲਪ ਤਦਾਤਮ ਸੰਬੰਧ ਹੈ, ਈਸ਼ਰ ਕਹਾਉਂਦਾ। ਫਿਰ ਉਹ ਜੇ ਮਾਇਆ ਦਾ ਤਿਆਗ ਕਰ ਦਈਏ, ਸੁੱਧ ਸਰੂਪ ਹੈ ਬ੍ਰਹਮ, ਲਾਲ ਰੰਗ ਪਰੇ ਹਟਾ ਦਿਓ, ਸੁੱਧ ਹੈ। ਸਦਾ ਸੱਚ ਦਾ ਆਨੰਦ ਉਹੀ ਸਰੂਪ ਹੈ। ਤੇ ਇਹ ਕਲਪ ਤਦਾਤ ਸੰਬੰਧ ਉਹੀ ਹੁੰਦਾ ਹੈ ਜੋ ਸਦਾ ਸੱਚ ਨਾ ਹੋਵੇ ਤੇ ਕਲਪਿਆ ਹੋਵੇ। ਤੇ ਇਹਦੇ 'ਚ ਇੱਕ ਹੋਰ ਮਿਸਾਲ ਹੈ, ਲੋਹਾ ਹੈ, ਉਹਨੂੰ ਅੱਗ ਦੇ ਵਿੱਚ ਪਾ ਦਿਓ। ਅੱਗ ਦੇ ਵਿੱਚ 3 ਸ਼ਕਤੀਆਂ ਨੇ ਤੇ ਲੋਹੇ 'ਚ ਵੀ ਉਹੀ 3 ਸ਼ਕਤੀਆਂ ਆ ਜਾਂਦੀਆਂ। ਇੱਕ ਅੱਗ ਦੇ ਵਿੱਚ ਪ੍ਰਕਾਸ਼ ਸ਼ਕਤੀ ਹੈ, ਇੱਕ ਉਹਦੇ 'ਚ ਦਾਹਕ ਸ਼ਕਤੀ ਹੈ, ਦਗਤ ਕਰ ਦਿੰਦਾ, ਫੂਰ ਦਿੰਦਾ ਜਿਹੜੀ ਕੋਈ ਚੀਜ਼ ਆਵੇ, ਉਸ਼ਨਤਾ ਹੈ।
ਤੇ ਉਹਦੇ 'ਚ ਪ੍ਰਕਾਸ਼ ਸ਼ਕਤੀ ਤੇ ਲਾਲ ਉਹਦੇ 'ਚ ਚਮਕ ਆ ਗਈ। ਇਹ ਉਹਦਾ ਲਾਲ, ਇਹ ਵੀ ਉਹਦੀ ਸ਼ਕਤੀ ਹੈ। ਸਾੜਨ ਸ਼ਕਤੀ ਹੋ ਗਈ। ਇਹ ਤਿੰਨੇ ਲੈ ਲਈਏ ਆਪਾਂ, ਗਰਮੀ ਪੈਦਾ ਕਰਦਾ। ਤੇ ਅੱਗ ਤੋਂ ਲੋਹੇ ਨੂੰ ਪਾਸੇ ਕਰ ਦਈਏ। ਜਿਹੜੇ ਲੋਹੇ 'ਚ ਤਿੰਨੇ ਸ਼ਕਤੀਆਂ ਅੱਗ ਵਾਲੀਆਂ ਸੀ ਉਹ ਖਤਮ ਹੋ ਜਾਂਦੀਆਂ ਨੇ, ਕੋਈ ਸ਼ਕਤੀ ਨਹੀਂ ਰਹਿੰਦੀ। ਤੀਸਰੀ ਗੱਲ ਹੈ ਵੀ ਆਪਣਾ ਪਰਛਾਵਾਂ ਹੈ, ਤੇ ਸਾਡੇ ਪਰਛਾਵੇਂ ਦਾ ਕਲਪ ਤਦਾਤਮ ਸੰਬੰਧ ਹੀ ਹੈ। ਉਹ ਹੈ ਤਾਂ ਕੁਛ ਨਹੀਂ, ਬਾਹਾਂ ਤਾਹਾਂ ਨੂੰ ਕਰੋ, ਉਹ ਪਰਛਾਵਾਂ ਵੀ ਬਾਹਾਂ ਤਾਹਾਂ ਨੂੰ ਕਰ ਲੈਂਦਾ ਹੈ। ਸਰੀਰ ਪਰੇ ਕਰਦੀ ਹੈ, ਪਰਛਾਵਾਂ ਰਹਿੰਦੇ ਹੀ ਨਹੀਂ ਹੈ। ਸਰੀਰ ਖਤਮ ਹੋ ਗਿਆ ਤੇ ਪਰਛਾਵਾਂ ਵੀ ਖਤਮ ਹੋ ਗਿਆ। ਇਹ ਭਾਵੇਂ ਪੂਰੀ ਨਹੀਂ ਢੁਕਦੀ ਗੱਲ। ਜਦੋਂ ਮਾਇਆ ਨੂੰ ਪਰੇ ਬ੍ਰਹਮ ਕਰ ਦਿੰਦਾ ਹੈ ਤੇ ਫਿਰ ਉਹ ਇਹ ਤਿੰਨ ਗੁਣ ਉਹਦੇ, ਜਿਵੇਂ ਲੋਹੇ ਦੇ ਵਿੱਚ ਤਿੰਨ ਗੁਣ ਅੱਗ ਤੋਂ ਪੈਦਾ ਹੋਏ, ਹਰਕਤ ਵਾਲਾ ਹੋ ਗਿਆ ਲੋਹਾ, ਫੂਕ ਵੀ ਦਿੰਦਾ ਹੈ, ਲਾਲ ਵੀ ਹੈ, ਤੇ ਉਹਦੇ ਵਿੱਚ ਊਸ਼ਣਤਾ ਵੀ ਹੈ। ਤੇ ਇਸ ਤਰ੍ਹਾਂ ਜੜ ਮਾਇਆ ਜਿਹੜੀ ਹੈ ਉਹ ਬ੍ਰਹਮ ਦੀ ਸੱਤਾ ਨੂੰ ਪਾ ਕੇ ਹਰਕਤ ਵਾਲੀ ਹੋ ਜਾਂਦੀ ਹੈ। ਹੁਣ ਜਿਹੜੇ ਕਹਿੰਦੇ ਕੁਦਰਤ ਇਹ ਸਭ ਕੁਛ ਹੈ, ਇਹ ਗਿਆਨ ਨਹੀਂ ਨਾ ਹੈ। ਇਸ ਕਰਕੇ ਨਾ ਕਿ ਗਿਆਨ ਦੀ ਗੱਲ ਸੁਣੀ ਹੈ, ਨਾ ਉਹਨਾਂ ਦੇ ਅਕਲ 'ਚ ਆਉਣ ਵਾਲੀ ਹੈ ਗਿਆਨ ਦੀ ਗੱਲ। ਉਹਨੂੰ ਪਾ ਕੇ ਉਹਦੀ ਸੱਤਾ ਬ੍ਰਹਮ ਦੀ, ਜੜ ਮਾਇਆ ਜਿਹੜੀ ਹਰਕਤ ਵਾਲੀ ਹੋ ਗਈ, ਤ੍ਰਿਗੁਣ ਰੂਪ ਧਾਰਨ ਕਰ ਲੇ। ਗੁਣਾ ਕਰਕੇ ਜੀਵ ਤੇ ਗੁਣਾ ਕਰਕੇ ਈਸ਼ਵਰ। ਉਹਦੇ 'ਚ ਸਰਬਗਤਾ ਹੋ ਗਈ, ਉਹਦੇ ਤੇ ਅਲਪਗਤਾ ਹੋ ਗਈ। ਕਾਰਨ ਕੀ ਹੈ? ਤੇ ਮਾਇਆ ਦੀ ਜਿਹੜੀ ਸਤੋਮਈ ਅੰਸ਼ ਹੈ, ਸੁੱਧ ਸਤੋਮਈ ਅੰਸ਼, ਉਹਦੇ 'ਚ ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਹੈ। ਤੇ ਰਜੋ ਤੇ ਤਮੋ ਗੁਣ ਇਹ ਦਬੇ ਹੋਣ ਤੇ ਸਤੋ ਗੁਣ ਦੀ ਅਧਿਕਤਾ ਹੋਵੇ, ਬ੍ਰਹਮ ਦੇ ਪ੍ਰਤੀਬਿੰਬ ਸਵੇਤ ਹੋਵੇ, ਉਹਨੂੰ ਕਹਿੰਦੇ ਈਸ਼ਵਰ। ਜਿਹੜਾ ਮਲਵ ਸਤਵ ਗੁਣ ਹੈ, ਤਮੋ ਗੁਣ ਦੀ ਪ੍ਰਧਾਨਤਾ ਹੋਵੇ, ਰਜੋ ਤੇ ਤਮੋ ਦਾ ਦਬਿਆ ਹੋਵੇ ਸਤੋ ਗੁਣ, ਉਹਦੇ ਵਿੱਚ ਫਿਰ ਬ੍ਰਹਮ ਦਾ ਪ੍ਰਤੀਬਿੰਬ ਉਸੇ ਤਰ੍ਹਾਂ ਹੋਵੇ, ਉਹਨੂੰ ਕਹਿੰਦੇ ਨੇ ਜੀਵ। ਜੀਵ ਐਕਣ ਬਣਦਾ ਹੈ। ਇਸ ਤਰ੍ਹਾਂ ਈਸ਼ਵਰ। ਤੇ ਇਸ ਕਰਕੇ ਇਹ ਜਿਹੜਾ ਮਾਇਆ ਦਾ ਕਲਪ ਤਦਾਤ ਸੰਬੰਧ ਹੈ, ਇਹਦੇ ਕਰਕੇ ਹੀ ਫਿਰ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਤੇ ਇਸ ਕਰਕੇ ਚੇਤਨ ਦਾ ਪ੍ਰਤੀਬਿੰਬ ਮਾਇਆ ਵਿੱਚ ਪਿਆ, ਤਿੰਨ ਗੁਣ ਪੈਦਾ ਹੋ ਗਏ। ਹੁਣ ਜਿਹੜੇ ਭਾਸ਼ਾਕਾਰੀ ਹੈ, ਭਾਸ਼ਾਵਾਦੀ ਹੈ, ਉਹ ਕਹਿੰਦੇ ਜੀ ਇਹ ਇਸ ਤਰ੍ਹਾਂ ਜਿਵੇਂ ਘੜਾ ਪਾਣੀ ਦਾ ਭਰਿਆ ਹੋਵੇ, ਰੱਖਿਆ ਹੋਵੇ, ਉਹਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈਂਦਾ, ਜੇ ਬੱਦਲ ਆ ਜਾਣ ਕਹਿੰਦੇ ਹਟ ਜਾਂਦਾ। ਇਸ ਪ੍ਰਕਾਰ ਮਾਇਆ ਵਿੱਚ ਚੇਤਨ ਦਾ ਆਭਾਸ ਪੈਂਦਾ, ਤਾਂ ਇਹ ਰਚਨਾ ਰਚੀ ਜਾਂਦੀ ਹੈ। ਭਾਸ਼ਾਵਾਦੀਆਂ ਦਾ ਮਤ ਹੈ ਐਸਾ ਸਮਾਂ ਕਦੇ ਦੱਸਿਆ ਨਹੀਂ ਜਾ ਸਕਦਾ ਵੀ ਮਾਇਆ ਫਲਾਣੇ ਸਮੇਂ ਓਲੇ ਹੋ ਸਕਦੀ ਹੈ, ਤੇ ਉਹ ਸਰਬ ਵਿਆਪਕ ਹੈ ਪਰਮੇਸ਼ਰ ਦਾ। ਮਾਇਆ ਲਾਂਭੇ ਕਿੱਥੋਂ ਹੋ ਜੂਗੀ ਭਲਾ? ਨਾ ਮਾਇਆ ਮਰਦੀ ਹੈ, ਅਜਨਮੀ ਕਿਹਾ ਉਸ ਨੂੰ। ਉਹ ਸ਼ਾਂਤ ਅਨਾਦੀ ਹੈ, ਬ੍ਰਹਮ ਅਨੰਤ ਅਨਾਦੀ ਹੈ। ਇਹ ਪ੍ਰਤੀਤ ਹੁੰਦੀ ਹੈ। ਕਹਿੰਦੇ ਜਿਵੇਂ ਜਾਗਦੇ ਬੰਦੇ ਦੇ ਅੱਖਾਂ ਬੰਦ ਹੋਣ, ਜਾਗਦੇ ਹੋਏ ਆਦਮੀ ਦੀਆਂ ਜਿਹੜੀਆਂ ਅੱਖਾਂ ਦੇ ਅੱਗੇ ਜਿਹੜੇ ਜਦੋਂ ਜਾਗਦੇ ਆ ਸਾਰਾ ਕੁਝ ਦਿਖਦਾ ਨਾ ਆਪਾਂ ਨੂੰ, ਜਦੋਂ ਸੌਂ ਜਾਂਦੇ ਆ ਫਿਰ ਕੁਝ ਵੀ ਨਹੀਂ ਦਿਖਦਾ, ਸਾਰਾ ਕੁਝ ਸਮਾਪਤ ਹੋ ਗਿਆ। ਤੇ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਜਦੋਂ ਆਪਣਾ ਪ੍ਰਤੀਬਿੰਬ ਮਾਇਆ ਦੇ ਵਿੱਚ ਪੈਣ ਤੋਂ ਰੋਕ ਲੈਂਦਾ ਹੈ, ਮਾਇਆ ਅਸਕਤ ਹੈ, ਜੜ ਹੈ, ਉਸੇ ਵੇਲੇ ਸਾਰਾ ਸੰਸਾਰ ਸਮਾਪਤ ਹੋ ਜਾਂਦਾ ਹੈ। ਉਸੇ ਵੇਲੇ ਕੁਝ ਨਹੀਂ ਰਹਿੰਦਾ, ਫਿਰ ਕੋਈ ਕਿਰਿਆ ਨਹੀਂ ਹੁੰਦੀ, ਸਭ ਕੁਝ ਖੜ ਜਾਂਦਾ ਹੈ, ਸਾਰੀ ਰਚਨਾ ਸਮਾਪਤ ਹੋ ਜਾਂਦੀ ਹੈ। ਤੇ ਉਹਦਾ ਜਿਹੜਾ ਫੁਰਨਾ, ਇਹੀ ਪ੍ਰਤੀਬਿੰਬ ਦਾ ਪੈਣਾ ਜਿਹੜਾ ਉਹਦਾ ਫੁਰਨਾ ਹੁੰਦਾ ਹੈ। ਫੁਰਨਾ ਮੇਟਣਾ ਪ੍ਰਤੀਬਿੰਬ ਦਾ ਨਾ ਪੈਣਾ। ਫੁਰਨਾ ਉਹਨੇ ਤਿਆਗ ਕਰ ਲਿਆ। ਏਕ ਹੂੰ ਬਹੁ ਸਿਆਮ ਪ੍ਰਜਾ ਜਾਇਆ, ਤੇ ਮੈਂ ਇੱਕ ਤੋਂ ਅਨੇਕ ਹੋ ਜਾ, ਹਰਨ ਪਰਨ ਜਾ ਕਰ ਨੇਤਰ ਫੁਰ। ਉਸੇ ਕੀਤਾ ਪਸਾਓ ਏਕੋ ਕਵਾਓ। ਬਸ ਫੁਰਨਾ ਕੀਤਾ, ਸੰਸਾਰ ਰਚਿਆ ਗਿਆ। ਮਾਇਆ ਦੇ ਚ ਉਹਦੀ ਸੱਤਾ ਪੈਣ ਲੱਗੀ। ਉਹਦੇ ਤੋਂ ਫਿਰ ਅੱਗੇ ਇਹ ਦੱਸਦੇ ਹਨ ਜੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਪਾਠ ਇਸੇ ਤਰ੍ਹਾਂ ਕਰਨਾ ਹੈ। ਪਰ ਦੂਸਰਾ ਅੰਮ੍ਰਿਤਸਰ ਵਾਲੀ ਸੰਪਰਦਾ ਦੇ ਅੰਦਰ ਦੀਵਾਨ ਪਾਠ ਇਕੱਠਾ ਕਰਾਉਂਦੇ ਹੈ। ਜੇ ਕੋਈ ਉੱਥੇ ਦਾ ਪਾਠੀ ਸਿੰਘ ਮਿਲੇ ਫਿਰ ਤੁਸੀਂ ਆਪਸ ਵਿੱਚ ਹੀ ਲੜੋ, ਉਹਨੂੰ ਕਹੇ ਭਾਈ ਇਹ ਵੀ ਪਾਠ ਹੈ ਪਰ ਇਹ ਦੂਸਰਾ ਹੈ। ਦਮਦਮੇ ਸਾਹਿਬ ਦਾ ਮੁੱਖ ਪਾਠ ਇਹੀ ਹੈ, ਲਾਏ ਦੀ ਬਾਣ, ਬਾਣ ਅਲੱਗ। ਇੱਕ ਸੰਸਾਰੀ, ਸੰਸਾਰ ਦੀ ਉਤਪਤੀ ਕਰਨ ਵਾਲਾ ਕੌਣ? ਬ੍ਰਹਮਾ, ਇਹ ਰਜੋਗੁਣ ਹੋ ਗਿਆ। ਇੱਕ ਜੋ ਭੰਡਾਰੀ ਕੌਣ? ਸਭ ਦੀ ਪ੍ਰਤਿਪਾਲਨਾ ਕਰਨ ਵਾਲਾ ਵਿਸ਼ਨੂੰ ਜੀ, ਇਹ ਸਤੋਗੁਣ ਹੋ ਗਿਆ।
ਇੱਕ ਲਾਏ ਦੀ ਬਾਣ ਸ਼ਿਵ ਜੀ ਭਾਵ ਤਮੋ ਗੁਣ, ਜਿਸ ਨੂੰ ਲੈਤਾ ਕਰਨ ਦੀ ਬਾਣ ਕੀ ਖੋ ਆਦਤ ਲੱਗੀ ਹੋਈ ਹੈ। ਕ੍ਰੋਧੀ ਪੁਰਸ਼ ਕਿਸੇ ਲਿਹਾਜ਼ ਨਹੀਂ ਕਰਦਾ, ਕਹਿੰਦਾ ਮਾਰ ਦਿਓ, ਮਾਰ ਮਕਾਉਂਦਾ ਸਾਰਿਆਂ ਨੂੰ। ਇਸੇ ਤਰ੍ਹਾਂ ਸ਼ਿਵ ਜੀ ਤਮੋ ਗੁਣ ਹੈ, ਉਹ ਲੈਤਾ ਕਰਦਾ। ਇਸ ਕਰਕੇ ਉਹ ਮੁਰਦਿਆਂ ਦਾ ਦੀਵਾਨ ਤਾਂ ਉਹਨਾਂ ਨੇ ਪਾਠ ਕਰਾਇਆ। ਕਹਿੰਦੇ ਦੀਵਾਨ ਨਾਮ ਕਚਹਿਰੀ ਦਾ ਹੁੰਦਾ, ਦੀਵਾਨ ਦਾ ਕਹਿੰਦੇ ਦੀਵਾਨ ਲਾਉਂਦਾ ਮੁਰਦਿਆਂ ਦਾ। ਇੱਕ ਲਾਏ ਦੀ ਦੀਵਾਨ ਤਾਂ ਪਾਠ ਕਰਾਉਂਦੇ ਆ। ਉਹ ਲਾਏ ਦੀ ਬਾਣ ਅਲੱਗ ਅਲੱਗ ਹੀ ਕਰਨਾ। ਇਹਦਾ ਮੁੱਖ ਪਾਠ ਵੀ ਇਹੀ ਤੇ ਇਹਦਾ ਅਰਥ ਵੀ ਮੁੱਖ ਹੀ ਹੈ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਬ੍ਰਹਮਾ ਵਿਸ਼ਨ ਮੇਹ ਤ੍ਰੈ ਗੁਣ ਸਿਰ ਧੰਦੇ ਲਾਇਆ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਤਿਨ ਕੋ ਮੋਹ ਪਿਆ ਮਨ ਮਦ ਕਾ। ਇਹ ਤਿੰਨੋਂ ਗੁਣ ਮਾਇਆ ਤੋਂ ਪੈਦੇ ਹੋਏ। ਇਹਨਾਂ ਦੀ ਜਿਹੜੀ ਸਮ ਅਵਸਥਾ ਤਿੰਨਾਂ ਗੁਣਾਂ ਦੀ, ਉਹਨੂੰ ਪ੍ਰਧਾਨ ਕਿਹਾ ਜਾਂਦਾ ਹੈ। ਤਿੰਨੇ ਗੁਣ ਜਦੋਂ ਵੰਡੇ ਨਹੀਂ ਸੀ ਗਏ, ਉਹ ਇਕੱਠੀ ਅਵਸਥਾ ਦੇ ਵਿੱਚ ਸੂਈ। ਉਹਨਾਂ ਨੂੰ ਮੋਕਸ਼ ਸ਼ਬਦ ਵਿੱਚ ਕਿਹਾ, ਤੀਨ ਗੁਣਾ ਕੀ ਸਾਮਿਆ ਜੋਈ, ਨਾਮ ਪ੍ਰਧਾਨ ਕਹਾਵੈ ਸੋਈ। ਹੈ ਮਾਇਆ ਦੇ ਨਾਮ ਇਹਨੂੰ ਪ੍ਰਧਾਨ ਕਹਿ ਦਿੰਦੀ ਹੈ। ਇਹ ਗ੍ਰੰਥਕਾਰਾਂ ਦੇ ਆਪਣੇ ਆਪਣੇ ਵੱਖਰੇ ਵੱਖਰੇ ਨਾਮ ਕਲਪੇ ਹੋਏ। ਤਿੰਨਾਂ ਗੁਣਾਂ ਦੀ ਸਮ ਅਵਸਥਾ ਹੈ। ਤਿੰਨੇ ਗੁਣ ਜਦੋਂ ਵੱਖਰੇ ਵੱਖਰੇ ਨਹੀਂ ਸੀ ਹੋਏ, ਤਾਂ ਇਸ ਕਰਕੇ ਗੁਰਬਾਣੀ ਚ ਗੁਰੂ ਸਾਹਿਬਾਨ ਨੇ ਉਹ ਭੇਦ ਖੋਲਿਆ ਜਿਹੜਾ ਵੇਦਾਂ ਚ ਨਹੀਂ ਖੋਲਿਆ। ਵੇਦਾਂ ਦੇ ਅੰਦਰ ਜਿਹੜੀ ਉਹ ਸਮੇਂ ਦੀ ਪ੍ਰਧਾਨ ਕਹਿੰਦੇ, ਇਹ ਤੋਂ ਪਹਿਲਾਂ ਦਾ ਮਾਇਆ ਦਾ ਵੇਦਾਂ ਵਿੱਚ ਕੋਈ ਕਥਨ ਨਹੀਂ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਹੈ। ਇਸ ਕਰਕੇ ਸਭ ਨਾਦ ਵੇਦ ਗੁਰਬਾਣੀ। ਇਹ ਤਿੰਨ ਗੁਣਾਂ ਵਾਲੇ ਚੇਲੇ ਪੈਦਾ ਕੀਤੇ। ਜਿਵ ਤਿਸ ਭਾਵੈ ਤਿਵ ਚਲਾਵੈ, ਜਿਵ ਹੋਵੈ ਪ੍ਰਮਾਣ। ਸਿੱਧੋ ਜਿਵ ਜਿਵੇਂ ਤਿਸ ਉਸ ਵਾਹਿਗੁਰੂ ਨੂੰ ਭਾਵੈ ਭਾਉਂਦਾ, ਚੰਗਾ ਲੱਗਦਾ, ਤਿਵੇਂ ਉਵੇਂ ਜਿਵੇਂ ਹੀ ਇਹਨਾਂ ਦੇਵਤਿਆਂ ਨੂੰ ਹੁਕਮ ਕਰਕੇ ਚਲਾਵੇ ਚਲਾਉਂਦਾ। ਜਿਵ ਜਿਵੇਂ ਉਸ ਦਾ ਫਰਮਾਨ ਕੀ ਹੁਕਮ ਹੁੰਦਾ ਹੈ, ਉਵੇਂ ਹੀ ਚੱਲਦੇ ਨੇ ਇਹ। ਉਹਦੇ ਹੁਕਮ ਤੋਂ ਬਾਹਰ ਜਾ ਕੇ ਬ੍ਰਹਮਾ ਨਹੀਂ ਕੁਝ ਕਰ ਸਕਦਾ, ਤੇ ਨਾ ਸ਼ਿਵ ਜੀ ਕਰ ਸਕਦੇ, ਨਾ ਵਿਸ਼ਨੂੰ ਜੀ ਕੁਝ ਕਰਦੇ ਨੇ। ਜਿਵੇਂ ਮਾਇਆ ਦੇ ਤਿੰਨਾਂ ਗੁਣਾਂ ਨੂੰ ਫਰਮਾਨ ਹੁਕਮ ਹੁੰਦਾ ਹੈ, ਉਹ ਉਵੇਂ ਜਿਵੇਂ ਚੱਲਦੇ ਨੇ। ਇਹ ਤਿੰਨੇ ਗੁਣ ਉਹਦੀ ਆਗਿਆ ਵਿੱਚ ਨੇ। ਆਪਣੀ ਮਾਇਆ ਆਪ ਸਾਰੀ ਆਪਣੀ ਉਹਦੇ ਹੁਕਮ ਦੇ ਵਿੱਚ ਆ ਸਾਰਾ ਕੁਝ। ਉਹ ਵੇਖੈ ਉਹਨਾਂ ਨਦਰ ਨ ਆਵੇ, ਬਹੁਤਾ ਇਹੋ ਵਿਡਾਣ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ। ਉਹ ਜੋ ਬ੍ਰਹਮ ਹੈ, ਸਭ ਦਾ ਆਦ ਹੈ, ਉਹ ਪ੍ਰਭੂ ਬ੍ਰਹਮਾ ਆਦ ਦੇਵਕਿਆਂ ਦੇ ਇਹ ਜਿਹੜੇ ਤਿੰਨੇ ਗੁਣ ਸੰਸਾਰ ਦੇ, ਇਹਨਾਂ ਜੀਵਾਂ ਨੂੰ ਵੇਖਿਆ। ਆਪ ਤਾਂ ਵੇਖਦਾ, ਬ੍ਰਹਮਾ ਨੂੰ ਵੀ ਵੇਖਦਾ, ਵਿਸ਼ਨੂੰ ਸ਼ਿਵ ਜੀ ਨੂੰ ਵੇਖਦਾ, ਜੀਵਾਂ ਨੂੰ ਵੇਖਦਾ। ਪਰ ਉਹਨਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਤੇ ਜੀਵਾਂ ਨੂੰ ਨਦਰ ਨਾਮ ਦ੍ਰਿਸ਼ਟੀ ਦਾ। ਨਦਰ ਨਾ ਆਵੇ, ਦ੍ਰਿਸ਼ਟੀ ਨਹੀਂ ਆਉਂਦਾ, ਦਿਸਦਾ ਨਹੀਂ ਹੈ। ਤਾਂ ਮੂਰਖ ਲੋਕ ਕਹਿੰਦੇ ਰੱਬ ਹੈ ਨਹੀਂ, ਕਹਿੰਦੇ ਦਿਸਦਾ ਨਹੀਂ ਹੈ। ਉੱਥੇ ਨਹੀਂ ਆਉਂਦਾ। ਅੰਨੇ ਪੁਰਸ਼ ਨੂੰ ਨਹੀਂ ਦੇਖਿਆ ਕਰਦਾ, ਜਿੰਨਾ ਮਰਜ਼ੀ ਯਤਨ ਕਰ ਲਵੇ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਜੇ ਅੰਨਾ ਬੰਦਾ ਕਹੇ ਵੀ ਸੂਰਜ ਹੈ ਨਹੀਂ, ਤਾਂ ਫਿਰ ਉਹਦੀ ਤਾਂ ਇੱਕ ਬੇਵਸੀ ਹੈ ਵੀ ਉਹ ਜੰਮਦਾ ਹੀ ਅੰਨਾ ਹੈ। ਵੀ ਅੱਖਾਂ ਵਾਲੇ ਤਾਂ ਰੌਲਾ ਪਾਉਣਗੇ ਨਾ ਵੀ ਤੂੰ ਕੀ ਕਹਿੰਦੇ ਅੰਨੇ, ਆ ਸਾਨੂੰ ਤਾਂ ਸਾਜੇ ਚੜਿਆ। ਉਹ ਕਹਿੰਦਾ ਮੈਨੂੰ ਤਾਂ ਦੀਂਦਾ ਨਹੀਂ। ਇਹਦਾ ਮਤਲਬ ਜੇ ਤੈਨੂੰ ਨਹੀਂ ਦੀਂਦਾ ਫਿਰ ਇਹ ਹੈ ਨਹੀਂ ਹੈ। ਉਹ ਗਿਆਨਵਾਨਾਂ ਨੂੰ ਦਿਸਦਾ ਹੈ, ਅਗਿਆਨੀਆਂ ਨੂੰ ਨਹੀਂ ਦਿਸਦਾ ਹੈ। ਤੇ ਐਸਾ ਉਹ ਪਰਮੇਸ਼ਰ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਬਹੁਤਾ ਇਹੋ ਬਿਡਾਣ। ਬਿਡਾਣ ਨਾਮ ਅਚਰਜ ਦਾ ਹੁੰਦਾ ਹੈ। ਇਹ ਕੌਤਕ ਹੀ ਹੈ। ਆਪ ਤਿੰਨਾਂ ਗੁਣਾਂ ਤੋਂ ਅਤੀਤ ਹੈ। ਉਹ ਮਾਇਆ ਤਾਂ ਆਪ ਅਨਰਵਚਨੀ ਹੈ। ਤਾਂ ਪਰਮੇਸ਼ਰ ਹੈ ਜਿਹੜਾ ਉਹ ਦ੍ਰਿਸ਼ਟਾ ਰੂਪ ਹੋ ਕਰਕੇ ਦਿਸਿਆ। ਇਹ ਸਾਰਾ ਕੁਝ ਤਿੰਨੇ ਗੁਣ ਇਹ ਦ੍ਰਿਸ਼ ਰੂਪ ਹੋ ਕਰਕੇ, ਉਹ ਦ੍ਰਿਸ਼ਟਾ ਦੇਖਣ ਵਾਲਾ ਹੈ, ਇਹ ਦ੍ਰਿਸ਼ ਰੂਪ ਹੈ, ਇਹ ਦਿਸਦੇ ਹਨ। ਐਸਾ ਪਰਮੇਸ਼ਰ ਹੈ ਜੀ। ਆਦੇਸ਼ ਤਿਸ ਆਦੇਸ਼। ਤੇ ਫਿਰ ਮਹਾਰਾਜ ਕਹਿੰਦੇ ਸਿੱਧੋ ਇਹ ਬਹੁਤੇ ਝੰਜਟ ਨਾ ਪਾਓ ਤੁਸੀਂ ਵੀ। ਇਹ ਪਾਰਵਤੀ ਮਾਈ ਹੈ ਜਾਂ ਹੋਰ ਹੈ, ਇਹ ਤਾਂ ਨਾ ਮਾਇਆ ਦੇ ਰਚੇ ਹੋਏ ਨੇ, ਈਸ਼ਵਰ ਦੀ ਰਚਨਾ ਹੈ। ਤੁਸੀਂ ਉਸ ਬ੍ਰਹਮ ਨੂੰ, ਨਿਰੰਕਾਰ ਨੂੰ, ਉਹਨੂੰ ਆਦੇਸ਼ ਨਮਸਕਾਰ। ਤਿਸੇ ਕੱਲੇ ਉਸੇ ਨੂੰ ਆਦੇਸ਼ ਹੈ, ਉਸੇ ਨੂੰ ਨਮਸਕਾਰ ਹੈ, ਮਨ ਕਰਕੇ ਤੇ ਬਾਣੀ ਕਰਕੇ। ਆਦੇਸ਼ ਆਦ ਨਾਮ ਆਦਿ ਦਾ, ਇਸ ਈਸ਼ਵਰ ਸਭ ਦਾ ਆਦ ਰੂਪ ਹੈ ਜਿਹੜਾ
ਉਹਨੂੰ ਸਾਡੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਆਦ ਅਨੀਲ ਅਨਾਦ ਅਨਾਹਤ, ਜੋ ਸਾਰਿਆਂ ਦਾ ਆਦ ਮੁੱਢ ਰੂਪ ਹੈ। ਅਨੀਲ, ਨੀਲ ਆਦਿਕ ਰੰਗਾਂ ਤੋਂ ਆ ਕੀ ਰਹਿਤ ਹੈ। ਨੀਲ ਕਲੰਕ ਦਾ ਨਾਮ ਹੁੰਦਾ, ਕਲੰਕਾਂ ਤੋਂ ਰਹਿਤ ਹੈ। ਕਲੰਕ ਬਿਨਾਂ ਨੇ ਕਲੰਕੀ ਸਰੂਪੇ ਕਿਹਾ। ਨੀਲ ਆਦ ਗਿਣਤੀ ਤੋਂ ਰਹਿਤ ਹੈ। ਤੇ ਇਸ ਕਰਕੇ ਉਹ ਅਨਾਦ ਮੁੱਢ ਤੋਂ ਵੀ ਰਹਿਤ ਹੈ, ਅਨਾਦੀ ਹੈ। ਸੰਸਾਰ ਦਾ ਮੁੱਢ ਹੈ, ਉਹਦਾ ਕੋਈ ਮੁੱਢ ਨਹੀਂ। ਜਿਹਦਾ ਆਦ ਮੰਨ ਲਿਆ ਅੰਤ ਮੰਨਣਾ ਪੈਂਦਾ। ਅਨਾਹਤ ਕਹਿੰਦੇ ਨੇ ਅਨਜਮਾ ਹੱਤ, ਹੱਤ ਨਾਸ ਹੋਣ ਤੋਂ ਵੀ ਰਹਿਤ ਹੈ। ਉਹ ਅਵਿਨਾਸੀ ਤਾਂ ਹੀ ਉਹਨੂੰ ਕਹਿੰਦੇ ਨੇ। ਅਵਿਨਾਸੀ ਜੀਵਨ ਕੋ ਦਾਤਾ, ਵੀ ਉਹਦਾ ਨਾਸ ਨਹੀਂ ਹੈ ਕਦੇ। ਜੁਗ ਜੁਗ ਏਕੋ ਵੇਸ਼, ਜੁਗਾਂ ਜੁਗਾਂ ਵਿੱਚ ਅਨੇਕਾਂ ਰੂਪ ਧਾਰਨ ਕਰਕੇ ਉਹ ਇੱਕੋ ਹੀ ਵੇਸ਼ ਕੀ ਸਰੂਪ, ਉਹਦੇ ਸਰੂਪ ਨੂੰ ਫਰਕ ਨਹੀਂ ਪੈਂਦਾ। ਉਹ ਸਤ ਚੇਤਨਾਨੰਦ ਰੂਪ ਹੀ ਰਹਿੰਦਾ ਹੈ। ਸੰਸਾਰ ਸਾਜੇ ਤੋਂ ਵੀ, ਸੰਸਾਰ ਸਾਜਣ ਤੋਂ ਪਹਿਲਾਂ ਵੀ, ਸੰਸਾਰ ਦੇ ਨਾਸ਼ ਕਰਨ ਤੋਂ ਵੀ ਸਤ ਚੇਤਨਾਨੰਦ ਰੂਪ ਹੈ। ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਤੋ ਇਸ ਪ੍ਰਕਾਰ ਇਹ ਤਾਂ ਸੀ ਸਿੱਧਾਂ ਦੇ ਨਾਲ ਵਾਰਤਾ। ਹੁਣ ਜਿਹੜੀ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਨੂੰ ਸਿੱਖ ਵੀ ਪ੍ਰਸ਼ਨ ਕਰਦੇ, ਉਹਦੇ ਚ ਬਹੁਤ ਸਾਰੇ ਇਹਨਾਂ ਪੌੜੀਆਂ ਦੁਆਰਾ ਮਹਾਰਾਜ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਸਿੱਧੇ ਤੌਰ ਤੇ ਗੁਰਸਿੱਖਾਂ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਦੱਸੋ ਸਿੱਖ ਨੂੰ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋਵੇ, ਬ੍ਰਹਮ ਦੇ ਵਿੱਚ ਅਭੇਦਤਾ ਕਿਵੇਂ ਹੋਵੇ, ਉਹਦੀ ਸਿਖਿਆਤਾ ਕਿਵੇਂ ਹੋਵੇ। ਤਾਂ ਗੁਰੂ ਸਾਹਿਬ ਨੇ ਉੱਤਰ ਦੇ ਕੇ ਫਿਰ ਇਸੇ ਪੌੜੀ ਦੁਆਰਾ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਬਖਸ਼ਿਆ ਜੀ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਹ ਸ਼ਬਦ ਨੂੰ ਸੰਧੀ ਪ੍ਰਸ਼ੇਦ ਕਰਕੇ, ਕਿਉਂਕਿ ਵਿਆਕਰਨ ਦੀ ਰੀਤ ਹੈ ਜਦੋਂ ਔਖੇ ਅਰਥ ਹੋਣ ਉਹਦੇ ਵਿੱਚੋਂ ਅਰਥ ਮਾਤਰਾ ਦੇ ਵਿੱਚੋਂ ਕੱਢਣਾ ਪੈਂਦਾ। ਹੁਣ ਏਕਾ ਮਾਈ ਸ਼ਬਦ ਜਿਹੜਾ ਹੈ, ਤੇ ਏਕ ਸ਼ਬਦ ਨੂੰ ਵੱਖਰਾ ਕਰਕੇ ਜਿਹੜਾ ਕੱਕੇ ਦਾ ਕੰਨਾ ਇਹਦੇ ਚੋਂ ਆੜਾ ਲੈ ਕੇ ਉਹ ਮੰਮੇ ਅੱਖਰ ਨਾਲ ਮਿਲਾਵਾਂਗੇ ਤਾਂ ਫਿਰ ਏਕ ਅਮਾਈ ਬਣ ਗਿਆ। ਕਿਉਂਕਿ ਕੰਨੇ ਦੇ ਵਿੱਚੋਂ ਐੜਾ ਲੈ ਲਿਆ ਨਾ, ਅਮਾਈ ਬਣ ਗਿਆ। ਇਹ ਰੀਤ ਬਹੁਤ ਸਾਰੀ ਗਰਭਗੰਜਨੀ ਟੀਕੇ 'ਚ ਭਾਈ ਸੰਤੋਖ ਸਿੰਘ ਨੇ ਬਹੁਤੀ ਵਰਤੀ ਹੈ। ਇਹਦਾ ਅਰਥ ਕੀ ਬਣਿਆ? ਏਕ ਹੀ ਇੱਕ ਅਦਵੈਤ ਸਰੂਪ ਪਰਮੇਸ਼ਰ। ਅਮਾਈ ਕਹੀਏ ਜੋ ਮਾਇਆ ਤੋਂ ਰਹਿਤ ਹੈ, ਜਿਹਦੇ 'ਚ ਮਾਇਆ ਦਾ ਪ੍ਰਭਾਵ ਨਹੀਂ ਹੈ, ਸੁੱਧ ਸਰੂਪ ਅਦਵੈਤ ਸਰੂਪ ਹੈ, ਬ੍ਰਹਮ ਹੈ। ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਉਥੇ ਮਾਇਆ ਨਹੀਂ ਹੈ, ਉਹ ਆਪ ਹੈ ਮਾਇਆ ਦਾ ਮਾਲਕ। ਤੋ ਇਸ ਪ੍ਰਕਾਰ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਤੇ ਉਹਦੇ 'ਚ ਜੁਗਤ ਵੀ ਆਈ। ਐਸੇ ਬ੍ਰਹਮ ਦੀ ਪ੍ਰਾਪਤੀ ਵਾਸਤੇ ਕਹਿੰਦੇ ਜਦੋਂ ਸਿੱਖ ਦੀ ਜਿਹੜੀ ਬਿਰਤੀ ਹੈ, ਉਹ ਸਿੱਖ ਦੀ ਬਿਰਤੀ ਮਹਾਵਾਕਾਂ ਦੇ ਜੁਗਤ ਕੀ ਹੈ, ਸੰਯੁਕਤ ਹੋ ਜਾਵੇ। ਮਤਲਬ ਕੀ ਹੈ ਵੀ ਗੁਰੂ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਉਹਦੇ ਨਾਲ ਜਿਗਿਆਸੂ ਦੀ ਬਿਰਤੀ ਜਿਹੜੀ ਵਿਆਈ ਮਿਲ ਕੇ ਪ੍ਰਸੂਤਾ ਭਾਵ ਨੂੰ ਹੋਈ। ਉਹਦੇ 'ਚ ਤਿੰਨ ਫਿਰ ਜਿਵੇਂ ਗੁਣ ਪੈਦਾ ਹੋਏ ਸੀ, ਰਜੋਗੁਣ ਸਤੋਗੁਣ ਤਮੋਗੁਣ, ਉਹ ਤਾਂ ਪਹਿਲੇ ਅਰਥ 'ਚ ਸੀ ਨਾ। ਅੰਤਰੀ ਭਾਵ ਦੇ ਵਿੱਚ ਇੱਥੇ ਇਹ ਹੈ ਕਿ ਉਹਦੇ ਵਿੱਚ ਫਿਰ ਤਿੰਨ ਜਿਹੜੇ ਨੇ ਕਿਹੜੇ ਸਾਧਨ ਪੈਦਾ ਹੋ ਗਏ, ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ। ਇਹ ਚੇਲੇ ਦੀ ਨਿਆਈ ਕਹਿੰਦੇ ਇਹ ਗੁਣ ਕਹਿੰਦੇ ਪ੍ਰਮਾਣਿਕ ਹੈ। ਗੁਰਸਿੱਖੋ, ਜੇ ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ ਤੁਸੀਂ ਪੈਦਾ ਕਰ ਲਓ, ਜਿਹੜੀਆਂ ਪਿੱਛੇ ਸਰਵਣ ਦੀਆਂ 4 ਪੌੜੀਆਂ, ਮੰਨਣ ਦੀਆਂ 4 ਪੌੜੀਆਂ, ਨਿਧਿਆਸਨ ਦੀ 5 ਪ੍ਰਵਾਨ ਦੀ, ਤੇ ਫਿਰ ਤਤ ਤੂੰ ਪਦ ਦਾ ਸੰਸ਼ੋਧਨ 4 ਪੌੜੀਆਂ ਦੇ ਅਖੀਰ ਇੱਕੋ ਤੁਕ ਤੂੰ ਸਦਾ ਸਲਾਮਤ ਨਿਰੰਕਾਰ, ਇਹ ਸਾਰਾ ਉਹਦੀ ਝਲਕ ਦਿੰਦੇ ਨੇ ਮਹਾਰਾਜ। ਕਹਿੰਦੇ ਫਿਰ ਉਹਦੇ 'ਚ ਇਹ 3 ਗੁਣ ਪ੍ਰਮਾਣਿਕ 3 ਚੇਲੇ ਪੈਦਾ ਹੋ ਜਾਂਦੇ ਨੇ। ਤੇ ਜਿਸ ਵੇਲੇ ਗੁਰੂ ਸਾਹਿਬ ਦੇ ਉਪਦੇਸ਼ ਦੇ ਸ਼ਬਦ ਦੇ ਨਾਲ ਤੇ ਇਹਦੀ ਸੁਰਤ ਸਿੱਖ ਦੀ ਜੁੜ ਜਾਂਦੀ ਹੈ। ਕਿਹਦੇ ਨਾਲ? ਇੱਕ ਅਖੰਡ ਸਰੂਪ ਅਮਾਈ ਜੋ ਮਾਇਆ ਤੋਂ ਰਹਿਤ ਹੈ, ਜੁਗਤ ਉਹਦੇ ਨਾਲ ਜੁੜ ਜਾਏ। ਉਹਦੇ ਸ਼ਬਦ ਦੇ ਉਪਦੇਸ਼ ਦੇ ਨਾਲ ਜਦੋਂ ਸਿੱਖ ਤੇਰੀ ਸੁਰਤੀ ਜੁੜੂਗੀ, 3 ਚੇਲੇ ਪ੍ਰਵਾਨ, ਸਰਵਣ ਮੰਨਣ ਨਿਧਿਆਸਨ, ਇਹ 3 ਚੇਲੇ ਪ੍ਰਵਾਨ ਨਹੀਂ ਕਿ ਤੈਨੂੰ ਪ੍ਰਾਪਤ ਹੋ ਜਾਣਗੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹਦੇ 'ਚ ਇੱਕ
ਸੰਸਾਰੀ, ਸੰਸਾ ਆਰੀ। ਆਰੀ ਨਾਮ ਦੁਸ਼ਮਣ ਦਾ ਹੁੰਦਾ ਹੈ। ਸੰਸੇ ਜਿਹੜੇ ਨੇ ਉਹ 3 ਪ੍ਰਕਾਰ ਦੇ ਨੇ। ਉਹਦੇ 'ਚ ਪ੍ਰਮਾਣਗਤ ਸੰਸਾ ਹੈ, ਪ੍ਰਮੇਯਗਤ ਸੰਸਾ ਹੈ, ਵਿਪਰਜੈ ਸੰਸਾ ਹੈ, ਵਿਪਰਜ ਬੁੱਧ ਜਿਹੜੀ ਹੈ। ਇਹ 3 ਪ੍ਰਕਾਰ ਦੇ ਸੰਸੇ। ਕਹਿੰਦੇ ਸਿੱਖਾ ਫਿਰ ਇਹ ਸਰਵਣ ਮੰਨਣ ਤੇ ਨਿਧਿਆਸਨ, ਇਹ 3 ਸੰਸਿਆਂ ਦਾ ਨਾਸ਼ ਕਰਨ ਵਾਸਤੇ ਦੁਸ਼ਮਣ ਨੇ। ਇਹ ਸੰਸਿਆਂ ਦਾ ਆਰੀ, ਬੈਰੀ, ਸਰਵਣ ਹੈ। ਪਹਿਲਾ ਸੰਸਾ ਜਿਹੜਾ ਪ੍ਰਮਾਣਗਤ ਸੰਸਾ ਹੈ। ਪ੍ਰਮਾਣਗਤ ਸੰਸੇ ਦਾ ਬੈਰੀ ਕੌਣ ਹੈ? ਸਰਵਣ, ਸਰਵਣ ਗਿਆਨ। ਪ੍ਰਮਾਣਗਤ ਸੰਸਾ ਕੀ ਹੁੰਦਾ ਹੈ? ਇਹ ਦੱਸੇ ਤੋਂ ਬਿਨਾਂ ਤਾਂ ਫਿਰ ਆ ਨਹੀਂ ਸਕਦੀ ਗੱਲ। ਇਹਦੀ ਵਿਚਾਰ ਕਰਨੀ ਬਣਦੀ ਹੈ। ਪ੍ਰਮਾਣਗਤ ਸੰਸਾ ਇਹ ਹੈ, ਜੇ ਤਾਂ ਇਹਦਾ ਸਨਾਤਨ ਮਤ ਅਨੁਸਾਰ ਅਰਥ ਕਰੀਏ ਤਾਂ ਸਨਾਤਨ ਮਤ ਦਾ ਕੋਈ ਸ਼ੰਕਾਵਾਦੀ ਲੈਣਾ ਪਊਗਾ ਵੀ ਸ਼ੰਕਾਵਾਦੀ ਨੂੰ ਤੇ ਉਹਦੇ ਅੰਦਰ ਇਹ ਸੰਸਾ ਪੈਦਾ ਹੋ ਗਿਆ ਵੀ ਜਿਹੜੇ ਵੇਦ ਹੈ, ਵੇਦ ਦੇ ਅੰਦਰ ਵੀ ਦਵੈਤ ਦਾ ਕਥਨ ਹੈ ਕਿ ਅਦਵੈਤ ਦਾ ਕਥਨ ਹੈ। ਤੇ ਜਦੋਂ ਵੇਦਾਂ ਦੇ ਵਕਤ ਕਿਸੇ ਮਹਾਂਪੁਰਸ਼ ਦੇ ਕੋਲ, ਵਿਦਵਾਨ ਦੇ ਕੋਲ ਉਹਨੇ ਸੁਣਿਆ ਕਿ ਤਤਮਸੀ ਮਹਾਵਾਕ, ਤਤਪਦ ਈਸ਼ ਜੀਵ ਤੋਇ ਪਦਸਪਦ ਬ੍ਰਹਮ ਕਹਾਵੈ, ਮਾਇਆ ਕੇ ਜੈ ਭੇਦ ਤੀਨੈ ਏਕੈ ਵੇਦ ਬਤਾਵੈ। ਇਹਦੇ ਚ ਤਤ ਤੋਂ ਦਾ ਉਹੀ ਤਤਪਦ ਈਸ਼ ਜੀਵ ਤੋਇ ਪਦ। ਉਹਨੇ ਜਦੋਂ ਇਹ ਸੁਣਿਆ ਵੀ ਵੇਦ ਦੇ ਤਾਂ ਸ਼ਾਮ ਵੇਦ ਦੇ ਮਹਾਵਾਕ ਦੇ ਵਿੱਚ ਤਾਂ ਇਹ ਐਸਾ ਕਥਨ ਕੀਤਾ ਹੈ, ਜੀਵ ਈਸ਼ ਦੀ ਏਕਤਾ ਜਣਾਈ ਗਈ ਹੈ, ਏਕਤਾ ਦਾ ਕਥਨ ਹੈ, ਅਦਵੈਤ ਦਾ ਕਥਨ ਹੈ ਵੇਦ ਦੇ ਵਿੱਚ। ਰਿਗ ਵੇਦ ਪ੍ਰਗਿਆਨਮਾਨੰਦ ਬ੍ਰਹਮ, ਆਇਓ ਆਤਮਾ ਬ੍ਰਹਮ, ਅਹੰ ਬ੍ਰਹਮ ਅਸਮੀ, ਚਾਰੇ ਵੇਦਾਂ ਦੇ ਚਾਰੇ ਮਹਾਂਭਾਗ ਪੜ੍ਹੇ, ਨਿਸ਼ਚਾ ਹੋ ਗਿਆ ਨਹੀਂ ਜੀ ਵੇਦਾਂ ਦੇ ਵਿੱਚ ਤੇ ਅਦਵੈਤ ਦਾ ਕਥਨ ਹੈ, ਦਵੈਤ ਦਾ ਕਥਨ ਨਹੀਂ ਹੈ। ਹੁਣ ਆਪਾਂ ਆਪਣੇ ਘਰ ਵਿੱਚ ਆ ਜਾਈਏ, ਕਿਸੇ ਨੇ ਗੁਰਬਾਣੀ ਸੁਣੀ ਨਹੀਂ, ਗੁਰਬਾਣੀ ਪੜ੍ਹੀ ਨਹੀਂ, ਉਹਦੇ ਮੰਦਿਰ ਅੰਦਰ ਸੰਸਾ ਪੈਦਾ ਹੋ ਗਿਆ ਵੀ ਜਿਹੜੀ ਗੁਰਬਾਣੀ ਹੈ ਵੀ ਗੁਰਬਾਣੀ ਦੇ ਅੰਦਰ ਦਵੈਤ ਦਾ ਕਥਨ ਹੈ ਕਿ ਜਾਂ ਅਦਵੈਤ ਦਾ ਕਥਨ ਹੈ। ਇਹਨੂੰ ਕਹਿੰਦੇ ਨੇ ਪ੍ਰਮਾਣਗਤ ਸੰਸਾ। ਇਹ ਨਾਸ਼ ਕਿਵੇਂ ਹੋਊਗਾ? ਜਦੋਂ ਕਿਸੇ ਗੁਰੂ ਘਰ ਦੇ ਗਿਆਨਵਾਨ ਦੇ ਕੋਲ ਜਾਂ ਆਪ ਮਿਹਨਤ ਕਰਕੇ ਪੜ੍ਹ ਕੇ ਜਦੋਂ ਗੁਰਬਾਣੀ ਪੜ੍ਹੂਗਾ ਤੇ ਗੁਰਬਾਣੀ ਦੀ ਆਵਾਜ਼ ਆਏਗੀ ਤੇ ਪਰਮੇਸ਼ਰ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਆਵਾਜ਼ ਆ ਗਈ ਨਾ ਇਹ, ਤੇ ਸਾਰਿਆਂ ਦੇ ਵਿੱਚ ਉਹ ਇੱਕੋ ਹੀ ਵਰਤਦਾ ਹੈ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੋ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਵਖਾਣੀ ਹੈ, ਉਹ ਇੱਕ ਦਾ ਹੀ ਵਿਖਿਆਨ ਹੋ ਰਿਹਾ ਤੇ ਏਕ ਵਿਆਪਕ ਹੋ ਰਿਹਾ ਸਾਰੀ ਜਗ੍ਹਾ, ਘਟਾਂ ਘਟਾਂ ਦੇ ਵਿੱਚ ਸਭੇ ਘਟਨਾਮ ਬੋਲੇ। ਇਹ ਸਰਵਣ ਕਰ ਲਿਆ, ਉਸੇ ਵੇਲੇ ਨਿਸ਼ਚਾ ਹੋ ਗਿਆ ਵੀ ਨਹੀਂ ਵੀ ਗੁਰਬਾਣੀ ਦੇ ਵਿੱਚ ਤਾਂ ਨਾ ਅਦਵੈਤ ਦਾ ਕਥਨ ਹੈ, ਦਵੈਤ ਨਹੀਂ ਹੈ ਇੱਥੇ ਗੁਰਬਾਣੀ 'ਚ ਕੋਈ, ਅਦਵੈਤ ਦਾ ਬੋਧਕ ਹੈ ਬਾਣੀ। ਤਾਂ ਇਹ ਪ੍ਰਮਾਣਗਤ ਸੰਸਾ ਖਤਮ ਹੋ ਗਿਆ। ਤੇ ਪ੍ਰਮੇਯਗਤ ਸੰਸਾ ਜਿਹੜਾ ਉਹ ਕੀ ਹੈ? ਪ੍ਰਮੇਯਗਤ ਸੰਸਾ ਇਸ ਤੋਂ ਅੱਗੇ ਫਿਰ ਹੋਰ ਵੀ ਜਿਹੜਾ ਜੀਵ ਤੇ ਈਸ਼ਵਰ ਹੈ ਦੋਨੇ, ਇਹਨਾਂ ਦਾ ਭੇਦ ਗਿਆਨ ਸੱਤ ਹੈ ਕਿ ਅਭੇਦ ਗਿਆਨ ਸੱਤ ਹੈ? ਇਹ ਦੋ ਤਰ੍ਹਾਂ ਦਾ ਗਿਆਨ ਹੈ, ਇੱਕ ਭੇਦ ਗਿਆਨ, ਇੱਕ ਅਭੇਦ ਗਿਆਨ ਸੱਤ ਹੈ। ਤੇ ਜਿੰਨੀ ਦੇਰ ਤੱਕ ਫਿਰ ਮੰਨਣ ਨਹੀਂ ਕਰਦਾ ਉਨੀ ਦੇਰ ਤੱਕ ਪ੍ਰਮੇਯਗਤ ਸੰਸਾ ਨਹੀਂ ਦੂਰ ਹੁੰਦਾ। ਸਰਵਣ ਤੋਂ ਬਾਅਦ ਮੰਨਣ ਆ ਗਿਆ, ਉਹਦੇ ਵਿੱਚ ਫਿਰ ਮੰਨਣ ਦਾ ਸਰੂਪ ਜਿਹੜਾ ਕਥਨ ਕੀਤਾ ਹੈ, ਭੇਦ ਦੀਆਂ ਬਾਧਕ ਜੁਗਤੀਆਂ ਇਕੱਠੀਆਂ ਕਰਨੀਆਂ ਪੈਣਗੀਆਂ, ਅਭੇਦ ਦੀਆਂ ਸਾਧਕ ਜੁਗਤੀਆਂ ਲੈਣੀਆਂ ਪੈਣਗੀਆਂ। ਭੇਦ ਦੀਆਂ ਬਾਧਕ ਜੁਗਤੀਆਂ ਕੀ ਨੇ? ਤੇ ਜਿਹਦੇ ਵਿੱਚ ਜੀਵ ਤੇ ਈਸ਼ਵਰ ਦਾ ਤੇ ਜਿਹੜਾ ਗਿਆਨ ਹੈ ਤੇ ਉਹਨੂੰ ਕਥਨ ਕਰਨ ਵਾਸਤੇ ਭੇਦ ਗਿਆਨ ਦਾ ਖੰਡਨ ਕੀਤਾ ਜਾਵੇ। ਭੇਦ ਗਿਆਨ ਦਾ ਖੰਡਨ ਕਰਨ ਵਾਲੀ ਜੁਗਤੀ ਹੋਵੇ, ਉਹਨੂੰ ਕਹਿੰਦੀ ਹੈ ਭੇਦ ਦੀ ਬਾਧਕ ਜੁਗਤੀ। ਅਭੇਦ ਦੀ ਸਾਧਕ ਜੁਗਤੀ ਕੀ ਹੈ? ਜਿਹਦੇ ਵਿੱਚ ਜੀਵ ਈਸ਼ ਦੇ ਗਿਆਨ ਨੂੰ ਉਹਦਾ ਏਕਤਾ ਰੂਪ ਦੇ ਵਿੱਚ ਕਥਨ ਹੋਵੇ, ਉਹਦਾ ਸਤ ਰੂਪ ਦੇ ਵਿੱਚ ਨਿਸ਼ਚਾ ਕਰਾਇਆ ਜਾਵੇ
ਅਭੇਦ ਦਾ ਜਿਹੜਾ ਸਤ ਗਿਆਨ ਹੈ, ਉਹਨੂੰ ਭੇਦ ਦੀਆਂ ਬਾਅਦ ਤੇ ਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਇਹ ਫਿਰ ਸੰਸਿਆਂ ਦਾ ਆਰੀ ਦੋਨੇ ਨੇ ਸਰਵਣ ਤੇ ਮੰਨਣ। ਇੱਕ ਸੰਸਾਰੀ, ਇੱਕ ਭੰਡਾਰੀ। ਹੁਣ ਅੱਗੇ ਜਿਹੜਾ ਭੰਡਾਰੀ ਤੋਂ ਭਾਵ ਹੈ, ਇਹ ਦੋ ਸੰਸੇ ਦਾ ਪ੍ਰਮਾਣਗਤ ਸੰਸਾ ਪ੍ਰਮੇਯਗਤ ਸੰਸਾ ਨਾਸ ਹੋ ਗਏ, ਤੇ ਇਸ ਤੋਂ ਅੱਗੇ ਇੱਕ ਭੰਡਾਰੀ ਭੰਡ ਆਰੀ। ਭੰਡ ਭੰਡੀ ਪਾਉਣ ਵਾਲੀ ਕੌਣ ਹੈ? ਵਿਪਰਜਾ ਬੁੱਧੀ ਸੀ ਉਹ। ਉਹਦਾ ਆਰੀ ਬੈਰੀ ਕੌਣ ਹੈ? ਨਿਧਿਆਸਨ। ਜਿਹੜੀ ਵਿਪਰਜਾ ਬੁੱਧ ਉਹ ਕੀ ਹੈ? ਉਹ ਇਹ ਹੈ ਵੀ ਪਰਮਾਤਮਾ ਹੈ ਹੀ ਨਹੀਂ, ਜੇ ਹੋਵੇ ਸਾਨੂੰ ਦਿਸੇ ਨਾ। ਉਲਟ ਚੱਲਣਾ, ਵਿਨਾਸ਼ਕਾਲੇ ਵਿਪਰੀਤ ਬੁੱਧੀ ਕਹਿੰਦੇ ਆ ਇਸ ਨੂੰ ਸ਼ਾਸਤਰਕਾਰ। ਤੇ ਇਹਦਾ ਵੈਰੀ ਕੌਣ ਹੈ? ਨਿਧਿਆਸਨ। ਤੇ ਨਿਧਿਆਸਨ ਕਿਵੇਂ ਹੁੰਦਾ ਹੈ? ਨਿਧਿਆਸਨ ਦਾ ਸਰੂਪ ਕੀ ਹੈ? ਸਜਾਤੀ ਬਿਰਤੀ ਦਾ ਪ੍ਰਭਾਵ ਪਾਉਣਾ, ਬਜਾਤੀ ਬਿਰਤੀ ਦਾ ਤਿਰਸਕਾਰ ਕਰਨਾ। ਸਜਾਤੀ ਬਿਰਤੀ ਗ੍ਰਹਿਣ ਕਰਨੀ, ਬਜਾਤੀ ਬਿਰਤੀ ਦਾ ਤਿਆਗ ਕਰਨਾ। ਸਜਾਤੀ ਬਿਰਤੀ ਕਿਹਨੂੰ ਕਹਿੰਦੇ ਨੇ ਭਾਈ? ਸਤ, ਸੰਤੋਖ, ਦਇਆ, ਧਰਮ, ਧੀਰਜ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਵਾਲੀ ਜਿਹੜੀ ਹੈ, ਇਹ ਜਿਹੜੇ ਗੁਣ ਜਿਹੜੇ ਬ੍ਰਹਮ ਗਿਆਨ ਨੂੰ ਪੈਦਾ ਕਰੇ, ਜਿਹੜੀ ਬਿਰਤੀ, ਉਹਨੂੰ ਸਜਾਤੀ ਬਿਰਤੀ ਕਹਿੰਦੇ ਨੇ। ਬਜਾਤੀ ਬਿਰਤੀ ਕਿਹੜੀ ਹੈ? ਜਿਹੜੀ ਕਾਮ ਕਰੋ, ਲੋਭ ਮੋਹ ਹੰਕਾਰ ਨੂੰ ਪੈਦਾ ਕਰੇ ਤੇ ਅਗਿਆਨ ਨੂੰ ਜਨਮ ਦੇਵੇ, ਅਗਿਆਨ ਪੈਦਾ ਕਰੇ, ਉਹਨੂੰ ਕਹਿੰਦੇ ਬਜਾਤੀ ਬਿਰਤੀ। ਸਜਾਤੀ ਬਿਰਤੀ ਦਾ ਗ੍ਰਹਿਣ, ਬਜਾਤੀ ਬਿਰਤੀ ਦਾ ਤਿਆਗ ਕਰਕੇ, ਤੇ ਇਹ ਫਿਰ ਨਿਧਿਆਸਨ ਕਹਿੰਦੇ ਨੇ ਇਸ ਨੂੰ। ਇਹ ਬਣ ਗਿਆ ਭੰਡ ਜਮਾ ਆਰੀ। ਉਹ ਭੰਡ ਪਾਉਣ ਵਾਲੀ ਜਿਹੜੀ ਸੀ ਨਾ ਵਿਪਰਜਾ ਬੁੱਧੀ, ਤੇ ਉਹਦੀਆਂ ਦੋ ਸ਼ਕਤੀਆਂ ਸੀ, ਅਭਾਨਾ ਪਾਦਕ ਸ਼ਕਤੀ, ਅਸਤੂਆ ਪਾਦਕ ਸ਼ਕਤੀ ਸੀ। ਜਿਆਦਾ ਗੂੜ ਵਿਚਾਰ ਹੋ ਗਈ ਅੱਜ ਥੋੜੀ ਜੀ। ਉਹਦੇ ਚ ਅਗਿਆਨ ਜਿਹੜਾ ਹੈ, ਉਹਦੀਆਂ ਦੋ ਸ਼ਕਤੀਆਂ ਹੈ, ਬਖੇਪ ਤੇ ਅਵਰਨ। ਜਿਹੜੀ ਅਵਰਨ ਹੈ ਇਹ ਫਿਰ ਦੋ ਰੂਪ ਧਾਰਨ ਕਰ ਲੈਂਦੀ ਅੱਗੇ, ਤੇ ਉਹਦੇ ਚ ਇਸ ਕਰਕੇ ਦੋ ਤਰ੍ਹਾਂ ਦਾ ਬ੍ਰਹਮ ਗਿਆਨ ਕਥਨ ਕੀਤਾ ਹੈ। ਅਪਾਨਾ ਭਗਤੀ ਦੀ ਸ਼ਕਤੀ ਜਦੋਂ ਕਿਸੇ ਦੇ ਅੰਦਰ ਵਰਦੀ ਹੈ, ਉਹ ਕਹਿੰਦਾ ਹੈ ਨਹੀਂ ਰੱਬ, ਜੇ ਹੋਵੇ ਤਾਂ ਦਿਸੇ ਨਾ, ਭਾਨ ਨਹੀਂ ਹੋ ਰਿਹਾ, ਭਾਨੋਂ ਪ੍ਰਤੀਤ ਹੈ। ਅਪਾਨਾ ਭਗਤੀ ਸ਼ਕਤੀ, ਇਹ ਸ਼ਕਤੀ ਅਗਿਆਨ ਦੀ ਸ਼ਕਤੀ ਹੈ। ਤੇ ਦੂਸਰੀ ਸ਼ਕਤੀ ਇਹ ਜਿਹੜੀ ਕਿਵੇਂ ਖਤਮ ਹੋਏਗੀ? ਤੇ ਜਿਸ ਵੇਲੇ ਸਰਵਣ ਕਰੇਗਾ ਅਪਾਨਾ ਭਗਤ ਸ਼ਕਤੀ ਨੂੰ ਭੰਨ ਕੇ, ਜਦੋਂ ਅਪਰੋਕਸ਼ ਬ੍ਰਹਮ ਗਿਆਨ ਤੇ ਅਪਰੋਕਸ਼ ਬ੍ਰਹਮ ਗਿਆਨ, ਪਰੋਕਸ਼ ਬ੍ਰਹਮ ਗਿਆਨ ਹੈ ਜਿਹੜਾ, ਉਹਦੇ ਦੁਆਰਾ ਇਹ ਅਪਾਨਾ ਭਗਤ ਸ਼ਕਤੀ ਖਤਮ ਹੋ ਜਾਂਦੀ ਹੈ। ਤੇ ਜਿਹੜੀ ਦੂਸਰੀ ਹੈ ਅਸਤੂਆ ਪਾਦਕ ਸ਼ਕਤੀ, ਅਪਾਨਾ ਭਗਤ ਸ਼ਕਤੀ ਦਾ ਇਹ ਹੈ ਵੀ ਹੈ ਤਾਂ ਸਹੀ, ਪਰ ਮੈਨੂੰ ਭਾਨ ਨਹੀਂ ਹੋ ਰਿਹਾ, ਦਿਸ ਨਹੀਂ ਰਿਹਾ ਮੈਨੂੰ ਵੀ ਕਿੱਥੇ ਹੈ। ਅਸਤੂਆ ਪਾਦਕ ਸ਼ਕਤੀ ਉਹਦੇ ਤਾਂ ਹੈ ਹੀ ਨਹੀਂ, ਰੱਬ ਅਸਤ ਹੈ। ਉਹ ਸਾਸੀ ਦੋਨੇ ਜਿਹੜੇ ਨੇ, ਅਸਤੂਆ ਪਾਦਕ ਸ਼ਕਤੀ ਜਿਹੜੀ ਗਿਆਨ ਜਿਹੜਾ ਪਰੋਖ ਗਿਆਨ ਹੈ ਉਹਦੇ ਦੁਆਰਾ, ਜਿਹੜੀ ਅਪਾਨਾ ਭਗਤ ਸ਼ਕਤੀ ਹੈ ਇਹ ਫਿਰ ਅਪਰੋਕਸ਼ ਬਨ ਦੁਆਰਾ। ਤਾਂ ਕਿਹਾ ਏਕਾ ਮਾਈ ਜੁਵੇ ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀ ਬਾਣ। ਇਹ ਜਿਹੜੀ ਹੈ ਦੋਨੇ ਸ਼ਕਤੀਆਂ ਨੂੰ ਖਤਮ ਕਰਨ ਵਾਸਤੇ ਜਦੋਂ ਸਰਵਣ ਮੰਨਣ ਤੇ ਨਿਧਿਆਸਨ ਹੋ ਗਿਆ ਨਾ, ਤੇ ਫਿਰ ਉਹ ਜਿਹੜੀ ਸ਼ਕਤੀ ਅੱਗੇ ਹੈ ਉਹ ਕੀ ਹੈ? ਅਪਰੋਕਸ਼ ਬ੍ਰਹਮ ਗਿਆਨ ਦੀ ਸ਼ਕਤੀ ਹੈ। ਇਹਨਾਂ ਨੂੰ ਖਤਮ ਕਰਕੇ ਫਿਰ ਆਸੁਰੀ ਸਮਤਾ ਤੇ ਵਿਸ਼ੇ ਵਿਕਾਰਾਂ ਨੂੰ ਲੈ ਕਰਨ ਦੀ ਬਾਣ ਆਦਤ ਹੈ ਉਹਨੂੰ, ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਅਗਿਆਨ ਮਿਟ ਜਾਂਦਾ ਹੈ। ਤੇ ਇਸ ਪ੍ਰਕਾਰ ਅੱਗੇ ਕਥਨ ਕਰਦੇ ਹਨ ਜੀ। ਜਿਵ ਤਿਸ ਭਾਵੈ ਤਿਵ ਚਲਾਵੈ, ਜਿਵ ਹੋਵੈ ਫਰਮਾਨ। ਹੇ ਜਗਿਆਸੂ, ਮਹਾਰਾਜ ਕਹਿੰਦੇ ਸਿੱਖਾ ਕਰਤਾਰਪੁਰ ਸਾਹਿਬ ਬੈਠੇ, ਤੇ ਇਹ ਤਿੰਨੇ ਜਿਹੜੇ ਸੰਸੇ ਸੀ, ਪ੍ਰਮਾਣਗਤ ਸੰਸਾ, ਪ੍ਰਮੇਯਗਤ ਸੰਸਾ, ਵਿਪਰਜੈ ਸੰਸਾ, ਇਹ ਤਿੰਨੇ ਸਰਵਣ ਮੰਨਣ ਤੇ ਨਿਧਿਆਸਨ ਨਾਲ ਜਦੋਂ ਇਹ ਤਿੰਨੇ ਗੁਣ ਜਿਹੜੇ ਪੈਦਾ ਅੰਦਰ ਹੋ ਗਏ, ਤੇ ਇਹਨਾਂ ਦੇ ਨਾਲ ਫਿਰ ਅੱਗੇ ਜਿਹੜੀ ਸੀ ਗੱਲ, ਤੇ ਉਹ ਬ੍ਰਹਮ ਗਿਆਨ ਜਿਹੜਾ ਹੈ ਉਹ ਸੀ ਤਤ ਤੋਂ ਪਦ ਦਾ ਸੰਸ਼ੋਧਨ। ਤੇ ਉਹ ਜਦੋਂ ਪ੍ਰਾਪਤ ਹੋ ਗਿਆ, ਸਾਰੀ ਇਸਤਰੀ ਸਮਤਾ ਖਤਮ ਹੋ ਗਈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਵੇਲੇ ਫਿਰ ਜਗਿਆਸੂ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ, ਅਪਰੋਕਸ਼ ਬ੍ਰਹਮ ਗਿਆਨ ਹੋ ਗਿਆ। ਪ੍ਰੋਕਸ਼ ਬ੍ਰਹਮ ਗਿਆਨ ਹੋਇਆ ਪਹਿਲਾਂ, ਫਿਰ ਅਪਰੋਕਸ਼, ਜਿਹੜੀ ਕੋਲੇ ਦਾ ਗਿਆਨ ਸੀ ਵੀ ਰੱਬ ਹੈ ਤਾਂ ਸਹੀ ਪਰ ਦੇਖਿਆ ਨਹੀਂ ਕਦੇ। ਇਹ ਕਹੇਗਾ ਵੀ ਪ੍ਰਤੱਖ ਹੀ ਕਰ ਲਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ। ਤੇ ਉਹਨਾਂ ਨੂੰ ਅਵਸਥਾ ਕਿਹੋ ਜਿਹੀ ਹੋ ਜਾਂਦੀ ਹੈ?
ਜਗਿਆਸੂ ਸਤਿਗੁਰਾਂ ਦੀ ਸ਼ਰਨਾਗਤ ਹੋ ਜਾਂਦਾ ਹੈ ਜਦ ਜੀਵ ਜਿਵੇਂ ਤਿਸ ਉਸ ਜਗਿਆਸੂ ਨੂੰ ਸਤਿਗੁਰੂ ਜੀ ਨੂੰ ਭਾਵੇ ਪਾਉਂਦਾ ਹੈ, ਉਹ ਸਿੱਖ ਨੂੰ ਤਿਵੇਂ ਉਸੇ ਤਰ੍ਹਾਂ ਚਲਾਉਂਦੇ ਹੈ। ਸਿੱਖ ਦੀ ਆਪਣੀ ਮਰਜ਼ੀ ਤੇ ਰਹਿੰਦੀ ਸੀ, ਹੰਗ ਤਾਂ ਖਤਮ ਹੋ ਗਈ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੁਕਮ ਹੁੰਦਾ ਹੈ, ਉਹ ਉਵੇਂ ਚੱਲਦਾ ਵੀ ਗੁਰੂ ਨੇ ਹੁਕਮ ਕੀਤਾ ਵੀ ਸਵੇਰੇ ਉੱਠਣਾ ਤਾਂ ਉੱਠਣਾ ਹੈ। ਗੁਰੂ ਨੇ ਕਿਹਾ ਪੰਜੇ ਕਕਾਰ ਪਰੇ ਨਹੀਂ ਹੋਣ ਦੇਣੇ, ਨਹੀਂ ਹੋਣ ਦੇਣੇ। ਗੁਰੂ ਨੇ ਕਿਹਾ ਸੱਚ ਬੋਲਣਾ, ਜਿਵ ਤਿਸ ਭਾਵ ਹੈ, ਫਿਰ ਉਵੇਂ ਚੱਲਾਂਗੇ। ਹੁਣ ਤਾਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ, ਜੀ ਕਰਿਆ ਉੱਠ ਖੜੇ, ਜੀ ਕਰਿਆ ਨਾ ਉੱਠੇ, ਇਹ ਆਪਣੀ ਮਰਜ਼ੀ ਹੈ। ਫਿਰ ਉਹਦੀ ਅਵਸਥਾ ਹੈ ਉਹਦੇ ਵੀ ਨਹੀਂ, ਗੁਰੂ ਦੇ ਹੁਕਮ ਅਨੁਸਾਰ ਚੱਲਣਾ। ਜੇ ਕਿਤੇ ਨਹੀਂ ਇੱਕ ਦਿਨ ਉੱਠ ਹੋ ਗਿਆ, ਪਛਤਾਵਾ ਕਰਨਾ ਵੀ ਉਹ ਅੱਜ ਮੇਰੇ ਤੋਂ ਗੁਰੂ ਦਾ ਹੁਕਮ ਨਹੀਂ ਮੰਨ ਹੋਇਆ। ਸ਼ਰਮਸ਼ਾਰ ਹੋਣਾ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਮਹਾਰਾਜ ਕਿਰਪਾ ਕਰਿਓ। ਜੇ ਤੁਸੀਂ ਭਾਵੇਂ ਤੇ ਵੀ ਚਲਾ ਉਹੀ ਚੱਲਦੇ ਹੈ। ਫਿਰ ਸਤਿਗੁਰੂ ਦੀ ਕਿਰਪਾ ਨੂੰ ਪਾ ਕੇ ਉਹ ਜਗਿਆਸੂ ਜਿਹੜਾ ਸਿੱਖ ਹੈ, ਜਿਵ ਜਿਵੇਂ ਤੇ ਉਸ ਨੂੰ ਭਾਵੇਂ ਪਾਉਂਦਾ ਹੈ, ਉਹ ਤਿਵੇਂ ਉਵੇਂ ਹੀ ਆਪਣੀਆਂ ਇੰਦਰੀਆਂ ਨੂੰ ਚਲਾਉਂਦਾ ਹੈ, ਮਨ ਨੂੰ, ਬੁੱਧ ਨੂੰ। ਹੁਣ ਤਾਂ ਮਨ ਬੁੱਧ ਸਾਨੂੰ ਚਲਾ ਰਹੀ ਹੈ, ਇਹ ਬ੍ਰਹਮ ਗਿਆਨ ਹੋ ਗਿਆ। ਉਹ ਜਿਵੇਂ ਗੁਰਸਿੱਖ ਚਾਹੂਗਾ ਬ੍ਰਹਮ ਗਿਆਨੀ ਉਵੇਂ ਚਲਾਉਂਦਾ ਹੈ। ਜੋ ਹੋਵੇ ਫਰਮਾਨ, ਜਿਵੇਂ ਇੰਦਰੀਆਂ ਨੂੰ ਹੁਕਮ ਕਰਦਾ ਹੈ, ਅੱਖਾਂ ਨੂੰ ਜਿੱਧਰ ਕਹੂਗਾ ਉੱਧਰ ਜਾਣਗੀਆਂ, ਆਪਣੀ ਮਰਜ਼ੀ ਨਾਲ ਨਹੀਂ ਜਾਣਗੀਆਂ। ਹਰਿਆਏ ਪਸ਼ੂ ਵਾਂਗੂ ਆਪਣੇ, ਜਿਵੇਂ ਹਰਿਆਏ ਪਸ਼ੂ ਦਾ ਵਸਾਈ ਨਹੀਂ ਹੁੰਦਾ ਕਿਹਦੇ ਖੇਤ 'ਚ ਮੂੰਹ ਮਾਰ ਲਵੇ, ਫਿਰ ਐਸਾ ਨਹੀਂ ਹੋ ਸਕਦਾ। ਸਭ ਇੰਦਰੀ ਵਸ ਕਰ ਰੱਖਿਆ ਨਾ, ਖਿੰਜੋ ਤਾੜਾ ਨਹੀਂ। ਫਿਰ ਤੇ ਇਸ ਪ੍ਰਕਾਰ ਫਿਰ ਗੁਰਸਿੱਖੋ ਇਹ ਅਵਸਥਾ ਬ੍ਰਹਮ ਬੇਤਿਆਂ ਦੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਉਹ ਵੇਖੈ ਉਹਨਾਂ ਨਜ਼ਰ ਨ ਆਵੇ, ਬਹੁਤਾ ਇਹੋ ਵਿਡਾਨ। ਉਹ ਕੌਣ? ਤਤ ਵੇਤਾ, ਆਪਣੇ ਸਰੂਪ ਨੂੰ ਵੇਖੈ, ਆਪਣੀ ਆਤਮਾ ਨੂੰ ਸਤ ਚੇਤਨ ਆਨੰਦ ਰੂਪ ਕਰਕੇ ਵੇਖੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਲਿਆ, ਉਹ ਦੇਖ ਰਿਹਾ ਹੈ। ਪਰ ਉਹਨਾਂ ਕੌਣ? ਇੰਦਰੀਆਂ ਤੇ ਮਨ ਨੂੰ ਉਹਦਾ ਸਰੂਪ ਦ੍ਰਿਸ਼ਟੀ ਨਹੀਂ ਆਉਂਦਾ, ਜਿਹੜਾ ਸੱਚ ਚੇਤਨ ਅੰਦਰ ਆਤਮਾ ਹੈ। ਕਿਉਂਕਿ ਹੁਣ ਜਿਹੜਾ ਮਨ ਹੈ ਇਹ ਸੂਖਮ ਹੈ, ਜਿਹੜੇ ਇੰਦਰੀ ਨੇ ਇਹ ਸਥੂਲ। ਹੁਣ ਅੱਖਾਂ ਜਿਹੜੀਆਂ ਮਨ ਨੂੰ ਨਹੀਂ ਦੇਖ ਸਕਦੀਆਂ, ਜਿਹੜਾ ਮਨ ਹੈ ਉਹ ਅੱਖਾਂ ਨੂੰ ਦੇਖ ਰਿਹਾ ਹੈ, ਅੱਖਾਂ ਦੇ ਵਿੱਚ ਦੀ ਦੇਖ ਰਿਹਾ, ਕੰਨਾਂ ਦੇ ਵਿੱਚ ਦੀ ਸੁਣ ਰਿਹਾ। ਕੰਨ ਉਹਨੂੰ ਸੁਣ ਨਹੀਂ ਸਕਦੇ ਕਿਉਂਕਿ ਸੂਖਮ ਹੈ। ਜਿਹੜੇ ਇੰਦਰੀ ਨੇ ਦੇਹ ਅਰ ਇੰਦਰੀ, ਇਹ ਉਸ ਮਨ ਨੂੰ ਨਹੀਂ ਜਾਣ ਸਕਦੇ। ਤੋ ਇਸ ਕਰਕੇ ਜਿਹੜੀ ਆਤਮਾ ਹੈ ਪਰਮਾਤਮਾ ਦੀ ਅੰਸ਼, ਉਹ ਮਨ ਤੋਂ ਕਿਤੇ ਜ਼ਿਆਦਾ ਸੂਖਮ ਹੈ, ਇਸ ਕਰਕੇ ਮਨ ਨਹੀਂ ਉਹਨੂੰ ਦੇਖ ਸਕਦਾ। ਹਾਂ, ਉਹਦੇ ਨੇੜੇ ਬੁੱਧ ਰਹਿੰਦੀ ਹੈ, ਤੇ ਬੁੱਧ ਵੀ ਜਦੋਂ ਉਹਨੂੰ ਜਾਣ ਲੱਗਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਬੁੱਧ ਬਦਲੀ ਸਿੱਧ ਪਾਈ। ਤੋ ਇਸ ਕਰਕੇ ਫਿਰ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹ ਦ੍ਰਿਸ਼ਟੀ ਆਉਂਦਾ। ਪਰ ਜਿਹੜੇ ਅਗਿਆਨੀ ਨੇ, ਹੁਣ ਬ੍ਰਹਮ ਗਿਆਨੀ ਨੇ ਤਾਂ ਬ੍ਰਹਮ ਨੂੰ ਸਕਿਆਤ ਕਰਕੇ ਉਹ ਵੇਖ ਲਿਆ ਬ੍ਰਹਮ ਗਿਆਨੀਆਂ ਨੇ। ਪਰ ਅਗਿਆਨੀ ਜਿਹੜੇ ਕਹਿੰਦੇ ਵੀ ਸਾਨੂੰ ਤਾਂ ਦਿਸਦਾ ਨਹੀਂ ਸਰੂਪ, ਤੁਸੀਂ ਕਹਿੰਦੇ ਆਤਮਾ ਪਰਮਾਤਮਾ ਦੀ ਅੰਸ਼ ਹੈ, ਮਨ ਜੋਤ ਸਰੂਪ ਹੈ, ਸਾਨੂੰ ਨਹੀਂ ਪਤਾ ਲੱਗਦਾ। ਵੇਖੈ, ਬੇਨਾਮ ਹੈ ਰਹਿਤ ਦਾ, ਖੈਰ ਨਾਮ ਹੈ ਨਾਸ ਦਾ। ਉਹ ਨਾਸ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਉਹਨਾਂ ਦੇ ਰਜੋ ਤਮੋ ਸਤੋ ਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਆਉਂਦਾ। ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹਨਾਂ ਦੀ ਦ੍ਰਿਸ਼ਟੀ 'ਚ ਨਹੀਂ ਆਉਂਦਾ। ਤੇ ਇਸ ਕਰਕੇ ਫਿਰ ਇਹ ਬਹੁਤਾ ਵਿਡਾਨ ਅਚਰਜ ਹੈ। ਤੇ ਉਹਨਾਂ ਦੇ ਰਜੋ ਗੁਣ ਵੀ ਹੈ, ਸਤੋ ਗੁਣ ਵੀ ਹੈ, ਤਮੋ ਗੁਣ ਵੀ ਹੈ, ਉਹ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਇਹ ਅਚਰਜ ਹੈ। ਤੇ ਇਸ ਕਰਕੇ ਹੈ ਗੁਰਸਿੱਖੋ, ਉਸ ਅਚਰਜਤਾ ਦੇ ਮਾਲਕ ਜਿਹੜਾ ਨਿਰੰਕਾਰ ਹੈ, ਪ੍ਰਭੂ ਪ੍ਰਤੀ ਕਹਿੰਦੇ ਇਹੀ ਗੱਲ ਕਹਿਣੀ ਬਣਦੀ ਹੈ ਵੀ ਸਾਡੇ ਤਾਂ ਸਮਝ 'ਚ ਇਹੀ ਗੱਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਾਰਾ ਝੰਜਟ ਛੱਡ ਕੇ ਨਾ ਬਸ ਕਹਿੰਦੇ ਇੱਕ ਮਨ ਹੋ ਕੇ ਇਉਂ ਕਹੀਏ ਉਸ ਨੂੰ ਆਦੇਸ਼ ਤਿਸੈ ਆਦੇਸ਼। ਆਦੇਸ਼ ਨਮਸਕਾਰ ਹੈ ਰੱਬਾ ਤੈਨੂੰ, ਸਾਡੇ ਤਾਂ ਸਮਝ ਤੋਂ ਬਾਹਰ ਹੈ ਤੂੰ, ਅਸੀਂ ਤਾਂ ਤੈਨੂੰ ਜਾਣ ਨਹੀਂ ਸਕਦੇ। ਤੂੰ ਬੁੱਧੀ ਦਾ ਵਿਸ਼ਾ ਨਹੀਂ, ਮਨ ਅੰਤਸ਼ਕਰਨ ਦਾ ਵਿਸ਼ਾ ਨਹੀਂ, ਅੱਖਾਂ ਦਾ ਵਿਸ਼ਾ ਨਹੀਂ, ਨਾ ਦੇਹ ਅੰਦਰਿਆਂ ਦਾ। ਇਸ ਕਰਕੇ ਅਲਖ ਲਖਿਆ ਹੀ ਨਹੀਂ ਜਾ ਸਕਦਾ। ਜਦ ਤੂੰ ਹੈ ਹੀ ਅਲਖ ਤਾਂ ਫਿਰ ਉਹ ਸਾਧ ਸੰਗਤ ਜੀ ਐਸਾ ਹੈ ਵੀ ਸਮੁੰਦਰ ਦੇ ਕਿਨਾਰੇ ਮਹਾਤਮਾ ਜੀ ਬੈਠੇ ਸੀ, ਉਹਨਾਂ ਦੇ ਅੰਦਰ ਇੱਕ ਯੁੱਧ ਚੱਲਦਾ ਸੀ। ਯੁੱਧ ਕੀ ਸੀ? ਉਹ ਪਰਮਾਤਮਾ ਜਿਹੜਾ ਐਡਾ ਵੱਡਾ ਸਰੂਪ ਹੈ ਪਰਮਾਤਮਾ ਦਾ, ਉਹ ਬੁੱਧ ਦੇ ਦੁਆਰਾ ਜਾਣਨਾ ਚਾਹੁੰਦੇ ਸੀ। ਰੱਬ ਕੈਸਾ ਹੈ, ਕਿਵੇਂ ਹੈ, ਇੰਨਾ ਚਿਰ ਹੋ ਗਿਆ ਮੈਨੂੰ ਤਪੱਸਿਆ ਕਰਦੇ ਨੂੰ,
ਤੇ ਉਹ ਬੈਠਾ ਵਿਚਾਰ ਕਰ ਰਿਹਾ, ਪਰ ਬਹੁਤ ਬੁਰੀ ਤਰ੍ਹਾਂ ਕਲੇਸ਼ ਅੰਦਰ ਚੱਲ ਰਿਹਾ। ਤੇ ਇੱਕ ਕਿਸੇ ਅਮੀਰ ਦਾ ਬੱਚਾ ਉਹਦੀ ਗੋਦੀ ਚੁੱਕਿਆ ਹੋਇਆ, ਦੀਵਾਲੀ ਲੰਘ ਕੇ ਹਟੀ ਸੀ, ਉਹਦੇ ਬੱਚੇ ਦੇ ਹੱਥ 'ਚ ਜਿਹੜੀਆਂ ਖਿੱਲਾਂ ਵਾਲੀਆਂ ਕੁੱਜੀਆਂ ਹੁੰਦੀਆਂ, ਕੱਜੀ ਉਹਦੇ ਹੱਥ ਵਿੱਚ ਖੇਡਦਾ ਖੇਡਦਾ ਨਾਲ ਆਇਆ। ਉਹ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ। ਕਹਿੰਦਾ, ਹਾਂ ਪੁੱਤਰ। ਕਹਿੰਦਾ, ਆਹ ਜਿਹੜਾ ਸਮੁੰਦਰ ਹੈ ਮੇਰੀ ਕੁੱਜੀ 'ਚ ਪਾ ਦੇ, ਮੈਂ ਘਰ ਨੂੰ ਲੈ ਕੇ ਜਾਣਾ ਹੈ। ਉਹ ਕਹਿੰਦਾ, ਪੁੱਤਰ ਵੀ ਇਹ ਤੂੰ ਕਿਹਾ ਜਾ ਸਵਾਲ ਕਰਤਾ, ਇਹ ਸਮੁੰਦਰ ਤਾਂ ਕੁੱਜੀ 'ਚ ਪੈ ਨਹੀਂ ਸਕਦਾ। ਉਹ ਕਹਿੰਦਾ, ਨਾ ਪਾ ਕੇ ਦੇ ਮੈਨੂੰ। ਉਹ ਪਿਓ ਪੁੱਤ ਦੀ ਲੜਾਈ ਹੋ ਗਈ। ਬੱਚਾ ਖਿੱਝ ਗਿਆ ਬਹੁਤ, ਤੂੰ ਜਾਣ ਕੇ ਨਹੀਂ ਪਾਉਂਦਾ। ਉਹ ਕਹਿੰਦਾ, ਨਹੀਂ ਪੁੱਤਰ ਪੈ ਨਹੀਂ ਸਕਦਾ। ਹੁਣ ਗੱਲ ਤਾਂ ਪਿਓ ਦੀ ਸੱਚੀ ਸੀ, ਪਰ ਬੱਚਾ ਅਗਿਆਨੀ ਹੈ। ਉਹ ਹੁਣ ਮਹਾਤਮਾ ਨੇ ਸੁਣਿਆ, ਦੇਖਿਆ, ਕਹਿੰਦਾ ਵੀ ਕਲੇਸ਼ ਤਾਂ ਮੇਰੇ ਵਰਗਾ ਹੀ ਹੈ, ਫਰਕ ਸਿਰਫ ਇੰਨਾ ਹੈ ਵੀ ਮੇਰੇ ਕੋਲ ਬੁੱਧੀ ਦੀ ਕੁੱਜੀ ਹੈ, ਇਹਦੇ ਕੋਲ ਪ੍ਰਤੱਖੀ ਕੁੱਜੀ ਹੈ। ਉਧਰ ਪਰਮਾਤਮਾ ਸਮੁੰਦਰ ਦੀ ਨਿਆਈ ਤੇ ਇਧਰ ਪ੍ਰਤੱਖੀ ਪਾਣੀ ਹੈ। ਵੀ ਪਿਓ ਦੀ ਨਿਆਈ ਗੁਰੂ ਹੈ, ਪਰਮੇਸ਼ਰ ਹੈ। ਉਹ ਕਹਿੰਦਾ, ਵਿਧਾਤਾ ਵੀ ਜੇ ਤੂੰ ਪਿਓ ਪੁੱਤ ਦਾ ਇਹਨਾਂ ਦਾ ਕਲੇਸ਼ ਨਿਬੇੜ ਦੇਵੇਂ, ਮੇਰਾ ਤਾਂ ਨਾਲੇ ਨਿਬੜ ਜੂ, ਇਹਨਾਂ ਦੇ ਕਲੇਸ਼ ਦਾ ਅੰਤ ਹੋ ਜਾਵੇ, ਇਹਦੇ 'ਚ ਮੈਨੂੰ ਗਿਆਨ ਬਖਸ਼। ਉਹ ਕਹਿੰਦੇ, ਬੱਚਾ ਸੀ ਕ੍ਰੋਧੀ, ਉਹਨੂੰ ਪੁੱਛਦਾ, ਕਹਿੰਦਾ ਨਹੀਂ ਪਾਉਂਦਾ ਸਮੁੰਦਰ? ਉਹ ਕਹਿੰਦਾ, ਨਹੀਂ ਪੈ ਸਕਦਾ। ਨਹੀਂ ਪੈ ਸਕਦਾ, ਮਾਰੀ ਭਗਾ ਕੇ ਕੁੱਜੀ। ਕਹਿੰਦਾ, ਚੰਗਾ ਫਿਰ ਕੁੱਜੀ ਦਾ ਸਮੁੰਦਰ 'ਚ ਗਈ ਆ, ਉਹ ਪਈ ਆ। ਕਹਿੰਦਾ, ਕੁੱਜੀ ਤਾਂ ਪੈ ਜੂ ਨਾ ਸਮੁੰਦਰ 'ਚ। ਉਹ ਮਹਾਤਮਾ ਉੱਠਿਆ, ਨਿੱਕੇ ਨਿੱਕੇ ਬੱਚੇ ਦੇ ਚਰਨ ਫੜ ਕੇ ਮੱਥੇ ਨੂੰ ਲਾ ਕੇ ਕਹਿੰਦਾ, ਤੂੰ ਤਾਂ ਮੇਰਾ ਗੁਰੂ ਹੈ। ਉਹ ਕਹਿੰਦਾ, ਮਹਾਤਮਾ ਜੀ ਕੀ ਕਰਦੇ ਹੋ, ਬੱਚੇ ਦੇ ਮੱਥੇ ਟਿਕੀ ਜਾਂਦੇ। ਕਹਿੰਦਾ, ਕਲੇਸ਼ ਖਤਮ ਹੋ ਗਿਆ। ਗੱਲ ਸਮਝ ਆ ਗਈ ਵੀ ਉਹ ਸਮੁੰਦਰ ਦੀ ਨਿਆਈ ਬੁੱਧੀ ਵਿੱਚ ਨਹੀਂ ਪੈ ਸਕਦਾ, ਪਰ ਬੁੱਧੀ ਤਾਂ ਉਹਦੇ 'ਚ ਪੈ ਸਕਦੀ ਹੈ ਨਾ, ਕੁੱਜੀ ਦੀ ਨਿਆਈ। ਇਸ ਕਰਕੇ ਮੇਰਾ ਮਸਲਾ ਹੱਲ ਹੋ ਗਿਆ। ਮਹਾਰਾਜ ਕਹਿੰਦੇ, ਭਾਈ ਤੁਸੀਂ ਆਪਣੀ ਬੁੱਧ ਨੂੰ ਉਹਦੇ ਵਿੱਚ, ਜਿਵੇਂ ਲੂਣ ਦੀ ਡਲੀ ਜਿਹੜੀ ਹੈ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਸਮੁੰਦਰ ਦੇ ਖੁਰਕੇ ਉਹਦਾ ਰੂਪ ਤਾਂ ਬਣ ਸਕਦੀ ਹੈ। ਇੱਕ ਬੂੰਦ ਸਮੁੰਦਰ ਨਹੀਂ ਹੁੰਦਾ, ਪਰ ਸਮੁੰਦਰ 'ਚ ਪੈ ਕੇ ਸਮੁੰਦਰ ਬਣ ਜਾਂਦਾ ਹੈ। ਕਹਿੰਦੇ, ਉਹਨੂੰ ਮੱਥਾ ਹੀ ਟੇਕੋ, ਆਦੇਸ਼ ਤਿਸੈ ਆਦੇਸ਼। ਹੇ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਉਸ ਪ੍ਰਭੂ ਨੂੰ ਆਦੇਸ਼ ਨਮਸਕਾਰ ਹੈ, ਮਨ ਕਰਕੇ, ਬਾਣੀ ਕਰਕੇ, ਜਿਹੜਾ ਦੇਸ਼ਾਂ ਆਦਿ ਤੋਂ ਰਹਿਤ ਹੈ। ਤੇ ਐਸਾ ਪਰਮੇਸ਼ਰ ਜਿਹੜਾ ਵਾਹਿਗੁਰੂ, ਉਹਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਆਦ ਕੀ ਦਾ? ਜਗਤ ਦਾ। ਜਗਤ ਦਾ ਮੁੱਢ ਰੂਪ ਹੈ। ਅਨੀਲ ਰੰਗਾਂ ਤੋਂ, ਗਿਣਤੀ ਤੋਂ। ਨੀਲ ਰੰਗਾਂ ਨੂੰ ਵੀ ਕਹਿੰਦੇ ਨੇ ਵੀ ਨੀਲਾ ਰੰਗ ਅਨੀਲ ਹੈ, ਰੰਗਾਂ ਤੋਂ ਰਹਿਤ ਹੈ। ਨੀਲ ਗਿਣਤੀ ਹੋ ਗਈ, ਸੰਖ ਖਰਬ ਆਦਿ ਤੋਂ ਬਾਅਦ, ਉਹ ਗਿਣਤੀ ਤੋਂ ਰਹਿਤ ਹੈ। ਨੀਲ ਕਲੰਕ ਤੋਂ ਰਹਿਤ ਹੈ। ਅਨਾਦ ਐਸਾ ਮੁੱਢ ਤੋਂ ਰਹਿਤ। ਐਸਾ ਜਿਹੜਾ ਪਰਮੇਸ਼ਰ ਹੈ ਇਸ ਤੋਂ ਰਹਿਤ ਹੈ, ਅਨਾਦੀ ਹੈ। ਫਿਰ ਅਨਾਹਤ। ਅਨਾਹਤ ਕੀ ਹੈ? ਹਤ ਨਾਮ ਨਾਸ ਦਾ, ਅੰਨ ਨਾਮ ਰਹਿਤ ਹੈ। ਉਹ ਨਾਸ ਤੋਂ ਵੀ ਰਹਿਤ ਹੈ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਹੱਦ ਤੋਂ ਵੀ ਰਹਿਤ ਹੈ। ਜੁਗ ਜੁਗ ਜੁਗਾਂ ਜੁਗਾਂ ਵਿੱਚ ਏਕੋ ਇੱਕ ਹੀ ਬੇਸ ਸਰੂਪ ਰਹਿੰਦਾ ਹੈ। ਗੁਰਸਿੱਖੋ ਬਦਲਦਾ ਨਹੀਂ, ਅਖੰਡ ਸਰੂਪ ਹੈ। ਖੰਡੇ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਨਹੀਂ ਜਾਣ ਜਾਏ ਕਛੂ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੈ ਕੌਣ ਭੇਖੰ। ਕਹਾਂ ਨਾਮ ਤਾਕੋ ਕਹਾਂ ਮੈਂ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਹ ਨਾ ਆਵੇ। ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਗ੍ਰੰਥ ਕਹਿੰਦੇ ਨੇ, ਮੈਂ ਕਿਵੇਂ ਕਥਨ ਕਰਾਂ ਖਾਲਸਾ ਜੀ, ਉਹ ਕਥਨੀ ਦਾ ਵਿਸ਼ਾ ਹੀ ਨਹੀਂ ਆ। ਕਥੇ ਕਾ ਕਿਆ ਕਥੀਏ ਭਾਈ। ਇਹ ਤਾਂ ਲਖਣਾ ਬਿਰਤੀ ਦੁਆਰਾ ਕਥਨ ਕੀਤਾ ਜਾਂਦਾ ਹੈ, ਸ਼ਕਤੀ ਬਿਰਤੀ ਦੁਆਰਾ ਕਥਨ ਨਹੀਂ ਹੁੰਦਾ ਹੈ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਇਹ ਉਹਦਾ ਸਰੂਪ 30ਵੀਂ ਪੌੜੀ ਦੇ ਵਿੱਚ ਜੁਗ ਜੁਗ ਏਕੋ ਬੇਸ, ਜੁਗ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ। ਉਹਨੂੰ ਜਾਣਨਾ ਕਿਵੇਂ? ਗੁਰੂ ਦੀ ਵਿਚਾਰ ਦੁਆਰਾ। ਇਹ 30ਵੀਂ ਪੌੜੀ ਦਾ ਅੱਖਰ ਥੋੜੇ, ਸਿਧਾਂਤ ਬਹੁਤਾ, ਬ੍ਰਹਮ ਗਿਆਨ ਬਹੁਤਾ, ਕੁੱਟ ਕੁੱਟ ਕੇ ਭਰਿਆ ਪਿਆ। ਸਾਰੀ ਗੁਰਬਾਣੀ ਨਾਮ ਰੂਪ ਗਿਆਨ ਰੂਪ ਹੈ। ਤੇ ਇਹਦੇ ਵਿੱਚ, ਇਸ ਪੌੜੀ ਦੇ ਵਿੱਚ ਹੁਣ ਇਹਦਾ ਸਰਲ ਰੂਪ ਦੇ ਵਿੱਚ ਮੁੱਖ ਸਿਧਾਂਤ ਕੀ ਸੀ, ਇਹਦੇ ਵਿੱਚ ਭਾਵ ਕੀ ਸੀ ਪੌੜੀ ਦਾ। ਇਹਦੇ ਵਿੱਚ ਦੱਸਿਆ ਪਰਮੇਸ਼ਰ ਮਾਇਆ ਦਾ ਪਤੀ ਹੈ। ਜਦੋਂ ਮਾਇਆ ਕਲਪ ਤਦਾਤ ਸੰਬੰਧ ਕਰਕੇ ਜੁੜਦੀ ਹੈ, ਉਹ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਜਾਂਦੀ ਹੈ।
ਉਹਦੇ 'ਚ 3 ਗੁਣ ਪੈਦਾ ਹੋ ਜਾਂਦੇ ਨੇ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤਿੰਨਾਂ ਗੁਣਾਂ ਦਾ ਤਿੰਨੇ ਪ੍ਰਤੀਕ ਹਨ। ਰਜੋਗੁਣ ਬ੍ਰਹਮਾ, ਸਤੋਗੁਣ ਵਿਸ਼ਨੂੰ ਜੀ, ਤਮੋਗੁਣ ਸ਼ਿਵ ਜੀ ਪੈਦਾ ਹੋ ਗਏ ਪੁੱਤਰ ਬੇਟੇ। 3 ਗੁਣ ਰਜੋਗੁਣ, ਸਤੋਗੁਣ, ਤਮੋਗੁਣ। ਇਹ ਤਿੰਨਾਂ ਗੁਣਾਂ ਦਾ ਤੇ ਫਿਰ ਅਜੇ ਰਜੋਗੁਣੀ ਹੋ ਕੇ ਬ੍ਰਹਮਾ ਸ੍ਰਿਸ਼ਟੀ ਪੈਦਾ ਕਰਦਾ ਹੈ, ਸਤੋਗੁਣੀ ਹੋ ਕੇ ਉਹ ਭੰਡਾਰਾ ਦੇ ਰਿਹਾ ਹੈ, ਵਿਸ਼ਨੂੰ ਜੀ ਪਾਲਣਾ ਕਰਦਾ ਹੈ, ਤਮੋਗੁਣ ਹੋ ਕੇ ਸ਼ਿਵ ਜੀ ਲੈਤਾ ਕਰੀ ਜਾਂਦਾ, ਸਫਾਈ ਕਰਦਾ। ਉਹ ਜੇ ਸਫਾਈ ਉਹ ਨਾ ਹੋਵੇ ਫਿਰ ਤਾਂ ਇਹ ਪਰਮੇਸ਼ਰ ਦੀ ਖੇਡ ਹੈ, ਤੇ ਫਿਰ ਤਾਂ ਭੀੜ ਭੜਕਾ ਸੰਸਾਰ ਦਾ ਉਹੀ ਜੀਣ ਜੋਗੀ ਨਾ ਰਹਿ ਜਾਣ। ਉਹ ਜੰਮਣ ਵਾਲਿਆਂ ਵਾਸਤੇ ਸਫਾਈ ਕਰਦਾ ਪਹਿਲਾਂ ਵੀ ਆ ਜਾਓ, ਹੁਣ ਤੁਹਾਡੀ ਵਾਰੀ ਹੈ ਭਾਈ, ਇਹ ਹੁਣ ਇਹ ਪੈਦਾ ਹੋ ਕੇ ਇਹਨਾਂ ਨੇ ਤਾਂ ਰੰਗ ਲਾ ਲਿਆ ਜਿਹੜਾ ਲਾਉਣਾ ਸੀ, ਹੁਣ ਤੁਸੀਂ ਆ ਜਾਓ, ਤੁਹਾਡੀ ਵਾਰੀ ਹੈ। ਉਹ ਸ਼ਿਵ ਜੀ ਇਹ ਕੰਮ ਕਰੀ ਜਾਂਦਾ, ਝਾੜੂ ਮਾਰਦਾ ਹੈ, ਮੌਤ ਰੂਪੀ ਝਾੜੂ ਹੈ ਉਹਦੇ ਹੱਥ ਵਿੱਚ। ਫਿਰ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਹੈ, ਉਹਨਾਂ ਸਾਰਿਆਂ ਨੂੰ, ਤਿੰਨਾਂ ਦੇਵਤਿਆਂ ਨੂੰ ਚਲਾਉਂਦਾ, ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਤੇ ਉਸ ਵਾਹਿਗੁਰੂ ਦਾ ਹੁਕਮ ਜਿਵੇਂ ਹੁੰਦਾ ਉਹ ਉਵੇਂ ਹੀ ਚੱਲਦੇ ਨੇ। ਪਰਮੇਸ਼ਰ ਮਾਇਆ ਨੂੰ, ਤਿੰਨਾਂ ਗੁਣਾਂ ਨੂੰ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਨੂੰ, ਇਹਨਾਂ ਨੂੰ ਨਿਗਾਹ ਨਹੀਂ ਆ ਰਿਹਾ, ਨਾ ਮਾਇਆ ਨੂੰ, ਨਾ ਇਹਨਾਂ ਤਿੰਨਾਂ ਗੁਣਾਂ ਨੂੰ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਨੂੰ। ਆਪ ਹੈ ਜਿਹੜਾ ਉਹ ਦ੍ਰਿਸ਼ਟਾ ਰੂਪ ਹੋ ਕਰਕੇ ਇਹਨਾਂ ਨੂੰ ਦੇਖਦਾ। ਉਹ ਵੇਖਿਆ ਉਹਨਾਂ ਨਜ਼ਰ ਨਾ ਉਹਦਾ ਭਾਵ ਹੈ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਆਪ ਨਜ਼ਰ ਨਹੀਂ ਆਉਂਦਾ ਤੇ ਇਹਨਾਂ ਦੇ। ਇਹੀ ਗੱਲ ਬੜੀ ਅਚਰਜ ਹੈ ਕਿ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਇਹ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਦੇਖ ਨਹੀਂ ਸਕਦੇ, ਉਹ ਇਹਨਾਂ ਨੂੰ ਦੇਖ ਰਿਹਾ ਹੈ। ਤੇ ਇਸ ਕਰਕੇ ਹੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਸਾਹਿਬ ਨੇ ਇੱਕ ਜਗ੍ਹਾ ਕਿਹਾ ਸੀ, ਮਹਾਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ। ਉਹ ਹੰਗਤਾ ਹੋਣ ਕਰਕੇ ਨਾ ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਕਹਿੰਦੇ, ਇਸ ਕਰਕੇ ਨਹੀਂ ਦਿਸਦਾ। ਤੇ ਜਿਦਨਿਆਂ ਦੀ ਹਉਮੈ ਦੂਰ ਕਰਦੇ ਉਸੇ ਵੇਲੇ ਇਹਨਾਂ ਨੂੰ ਸਖਿਆਤਾਕਾਰ ਹੋ ਜਾਂਦਾ। ਤੇ ਐਸਾ ਜਿਹੜਾ ਵਾਹਿਗੁਰੂ ਹੈ ਉਹ ਗਿਣਤੀ ਤੋਂ ਰਹਿਤ ਹੈ। ਉਹਨੂੰ ਪਰਮਾਤਮਾ ਨੂੰ ਨਮਸਕਾਰ ਹੈ, ਸਦਾ ਨਮਸਕਾਰ ਹੈ, ਸਦਾ ਮੁੱਢ ਰੂਪ ਹੈ, ਗਿਣਤੀ ਤੋਂ ਰਹਿਤ ਹੈ, ਤੇ ਜਿਹੜਾ ਨਾਸ ਤੋਂ ਰਹਿਤ ਹੈ, ਜੁਗਾਂ ਜੁਗਾਂ ਵਿੱਚ ਇੱਕ ਰਸ ਰਹਿਣ ਵਾਲਾ ਹੈ। ਇਹ ਉਹਦਾ ਅਖੰਡ ਸਰੂਪ ਹੈ। ਇਹਦੇ 102 ਅੱਖਰਾਂ ਵਿੱਚ ਐਸਾ ਬ੍ਰਹਮ ਗਿਆਨ ਮਹਾਰਾਜ ਨੇ ਇਹ 30ਵੀਂ ਪੌੜੀ ਵਿੱਚ ਕਥਨ ਕੀਤਾ। 31ਵੀਂ ਪੌੜੀ ਹੁਣ ਕੱਲ ਨੂੰ ਆਏਗੀ। ਆਓ ਹੁਣ ਇੱਥੇ ਸਮਾਪਤੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ ਦੀ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।